ਤੇ ਮੋਹਿਆ ਗਰੀਬਨ ਨਿਵਾਜ ਨਾ ਦੂਸਰ ਤੋ ਸੋ ਫੂਲ ਸਿਮੋ ਹਮਰੀ ਪ੍ਰਭ ਆਪ ਨਾ ਭੂਲਣ ਹਾਰ ਕਾਹੂੰ ਕੋ ਮੋਸੋ सेव करी तुमरी तन के सब ही गृह देखियात दरब परोसो या कल में सब काल कृपान की पारी पूजान को पारी परोसो सगल द्वार को छाड़ के गहियो तुहारो द्वार बाहें गहें की लाज आस दास तुहार कहाँ बुद्ध प्रभ तुष हमारी बर न सकै महिमा जो तिहारी हम ना सकत कर सिफत तुम्हारी आप लेहो तुम कथा सुधारी मूक उचरे शास्त्र खाट पेंग गरन चढ़ जाए अंध लख भद्रो सुन जो काल कृपा कराय अंध लख भद्रो सुन जो काल कृपा कराय। सतनाम श्री वाहिगुरु साहिब जीओ। कंठ रमणी राम राम माला हस्त ऊच प्रेम धारणी। जी भणिजो उत्तम सलोक उदरणं नैन नंदनी। गुर मंत्र हीनस जो प्राणी त्रिगंत जन्म भ्रष्टन है। कूकर है फूकर है गर्द बह काक है सरपन है तुल खल है। कंठ रमणी राम राम माला हस्त ऊच प्रेम धारणी। वाहिगुरु जी का खालसा वाहिगुरु जी की फतेह। परम सन्मान योग गुरु खालसा सत संगत जीओ। आप संगतां वडभागी हो। संध्या समय सतगुरु की पावन हाजूरी विच बैठ के
ਸਤਿਗੁਰੂ ਦੀ ਅੰਮ੍ਰਿਤ ਰੂਪ ਬਾਣੀ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ ਦੀ ਕਥਾ ਸਰਵਣ ਕਰ ਰਹੇ ਹੋ। 31 ਸ਼ਲੋਕਾਂ ਦੀ ਕਥਾ ਆਪ ਸਰਵਣ ਕਰ ਚੁੱਕੇ ਹੋ। ਅਗਲੇ ਸ਼ਲੋਕਾਂ ਦੀ ਵਿਚਾਰ ਆਰੰਭ ਹੋ ਰਹੀ ਹੈ। ਹਰੀ ਲਾਲ ਤੇ ਕ੍ਰਿਸ਼ਨ ਲਾਲ ਦੋ ਕਾਂਸ਼ੀ ਦੇ ਪੰਡਤ ਆਏ ਹਨ। ਉਹਨਾਂ ਦੇ ਮਾਤਾ ਪਿਤਾ ਚਲਾਣਾ ਕਰ ਗਏ ਸਨ। ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸਾਡੇ ਮਨ ਦੇ ਅੰਦਰ ਸ਼ੋਕ ਤੇ ਮੋਹ ਦੋਨੋਂ ਹੀ ਹਾਵੀ ਹਨ ਤੇ ਪ੍ਰਭਾਵੀ ਹਨ। ਸਾਡਾ ਮਨ ਹਮੇਸ਼ਾ ਲਈ ਮਨਫੀ ਹਾਲਤ ਵਿੱਚ ਟਹਿੰਦੀ ਕਲਾ ਦੇ ਵਿੱਚ ਹੀ ਰਹਿੰਦਾ ਹੈ। ਆਪ ਕਿਰਪਾ ਕਰੋ, ਅਜਿਹਾ ਉਪਦੇਸ਼ ਦਿਓ ਜਿਹਦੇ ਨਾਲ ਸਾਡਾ ਮਨ ਮਨਫੀ ਹਾਲਤ ਵਿੱਚੋਂ ਨਿਕਲ ਕੇ ਚੜ੍ਹਦੀ ਕਲਾ ਦੇ ਵਿੱਚ ਚਲਿਆ ਜਾਵੇ। ਤਾਂ ਹਜ਼ੂਰ ਨੇ ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਇਹ 67 ਸ਼ਲੋਕ ਉਚਾਰਨ ਕੀਤੇ ਹਨ। ਲਓ ਅਗਲੇ ਸ਼ਲੋਕਾਂ ਦੀ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੰਠ ਰਮਣੀ ਰਾਮ ਰਾਮ ਮਾਲਾ, ਹਫਤ ਊਚ ਪ੍ਰੇਮ ਧਾਰਣੀ। ਹਜ਼ੂਰ ਦੇ ਚਰਨਾਂ ਵਿੱਚ ਇਹਨਾਂ ਪੰਡਤਾਂ ਨੇ ਬੇਨਤੀ ਕੀਤੀ, ਮਹਾਰਾਜ ਮਾਲਾ ਫੇਰਨ ਦਾ ਮਹਾਤਮ ਕੀ ਹੈ। ਕਈ ਹਿੰਦੂ ਸਾਧੂ ਮਾਲਾ ਫੇਰਦੇ ਹਨ, ਹੋਰ ਧਰਮਾਂ ਦੇ ਲੋਕ ਵੀ ਮਾਲਾ ਫੇਰਦੇ ਹਨ। ਸਾਡੇ ਸਿੱਖ ਧਰਮ ਦੇ ਕਈ ਗੁਰਮੁਖ ਪਿਆਰੇ ਮਹਾਂਪੁਰਖ ਵੀ ਮਾਲਾ ਫੇਰਦੇ ਹਨ। ਇੱਕ ਹਿੰਦੂ ਧਰਮ ਦੇ ਵਿੱਚ ਹੋਰ ਵੀ ਪ੍ਰਾਚੀਨ ਮਰਜ਼ਾਦਾ ਹੈ। ਉਹ ਇੱਕ ਛੋਟੀ ਜਿਹੀ ਥੈਲੀ ਬਣਾ ਕੇ ਉਹਦੇ ਵਿੱਚ ਹੱਥ ਪਾ ਕੇ ਮਾਲਾ ਫੇਰਦੇ ਹਨ ਤੇ ਬਾਂਹ ਨੂੰ ਉੱਪਰ ਚੁੱਕ ਕੇ ਤੇ ਫਿਰ ਉਹ ਮਾਲਾ ਫੇਰਦੇ ਹਨ। ਉਸ ਨੂੰ ਗੋਮੁਖੀ ਕਹਿੰਦੇ ਨੇ, ਗੋਮੁਖੀ ਮਾਲਾ। ਤਾਂ ਹਜ਼ੂਰ ਦੇ ਚਰਨਾਂ ਵਿੱਚ ਜਦੋਂ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਇਸ ਮਾਲਾ ਦਾ ਮਹਾਤਮ ਕੀ ਹੈ, ਤਾਂ ਹਜ਼ੂਰ ਇਹਦਾ ਜਵਾਬ ਦਿੰਦੇ ਹਨ, ਕੰਠ ਰਮਣੀਯ ਰਾਮ ਰਾਮ ਮਾਲਾ। ਆਪਣੇ ਕੰਠ ਤੋਂ ਰਾਮ ਜੋ ਰਮਿਆ ਹੋਇਆ ਸਰਵ ਵਿਆਪਕ ਸਰੂਪ ਵਾਹਿਗੁਰੂ ਹੈ, ਉਹਦਾ ਨਾਮ ਜਪਣਾ ਰਮਣੀ ਮਾਲਾ। ਇਹ ਬਹੁਤ ਸੁੰਦਰ ਮਾਲਾ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਆਪਣੀ ਰਸਨਾ ਤੋਂ ਹਰ ਵੇਲੇ ਰਾਮ ਰਾਮ ਉਚਾਰਨ ਕਰਦਾ ਹਾਂ। ਇਹੀ ਮੇਰੀ ਮਾਲਾ ਹੈ। ਜਿਹੜੀ ਆਪਾਂ ਦੂਸਰੀ ਮਾਲਾ ਫੇਰਦੇ ਵੀ ਹਾਂ, ਉਸ ਮਾਲਾ ਫੇਰਨ ਦਾ ਕੋਈ ਮਹਾਤਮ ਨਹੀਂ ਹੈ। ਹਾਂ, ਮਾਲਾ ਸਿਰਫ ਗਿਣਤੀ ਵਾਸਤੇ ਹੁੰਦੀ ਹੈ, ਬਈ ਸਾਨੂੰ ਪਤਾ ਲੱਗ ਜਾਵੇ ਅਸੀਂ ਕਿੰਨੀ ਵਾਰੀ ਮੂਲ ਮੰਤਰ, ਕਿੰਨੀ ਵਾਰੀ ਵਾਹਿਗੁਰੂ ਮੰਤਰ ਜਪ ਲਿਆ। ਇਸ ਤੋਂ ਸਿਵਾਏ ਹੋਰ ਕੋਈ ਮਾਲਾ ਦਾ ਮਹੱਤਵ ਨਹੀਂ ਹੈ। ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਕਈ ਕਹਿੰਦੇ ਅਸੀਂ ਮਾਲਾ ਫੇਰਦੇ ਹਾਂ। ਮਾਲਾ ਫੇਰੋ, ਪਰ ਮਹਾਤਮ ਤੇ ਨਾਮ ਦਾ ਹੈ। ਕੱਲੀ ਮਾਲਾ ਫੇਰਨ ਦਾ ਕੋਈ ਮਹੱਤਵ ਨਹੀਂ। ਜਿਹੜਾ ਅਸੀਂ ਨਾਮ ਜਪਦੇ ਹਾਂ, ਨਾਮ ਜਪਣ ਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੁੰਦੀ ਹੈ। ਕੰਠ ਤੋਂ ਭਾਵ ਹੈ 4 ਬਾਣੀਆਂ ਨੇ, ਪਰਾ ਪਸੰਤੀ ਮਧਮਾ ਬੈਕਰੀ। ਪਰਾ ਬਾਣੀ ਦਾ ਨਿਵਾਸ ਨਾਭੀ ਦੇ ਤਲ ਦੇ ਹੇਠਾਂ ਪਾਸੇ ਹੈ। ਪਸੰਤੀ ਬਾਣੀ ਦਾ ਸਾਡੇ ਹਿਰਦੇ ਵਿੱਚ ਨਿਵਾਸ ਹੈ। ਮਧਮਾ ਬਾਣੀ ਦਾ ਸਾਡੇ ਕੰਠ ਵਿੱਚ ਵਾਸਾ ਹੈ ਤੇ ਬੈਖਰੀ ਬਾਣੀ ਸਾਡੇ ਜ਼ੁਬਾਨ 'ਤੇ ਵਸਦੀ ਹੈ। ਇਹ 4 ਬਾਣੀਆਂ ਨੇ।
ਤੇ ਕਈ ਜਿਹੜੇ ਸਾਧੂ ਨੇ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਤੇ ਕਈ ਕੰਠ ਨਾਲ ਮਧਮਾ ਬਾਣੀ ਦੁਆਰਾ ਵੀ ਵਾਹਿਗੁਰੂ ਦਾ ਜਾਪ ਅਭਿਆਸ ਕਰਦੇ ਹਨ। ਹਜ਼ੂਰ ਕਹਿੰਦੇ ਬਾਹਰਲੇ ਦਿਖਾਵੇ ਦੇ ਨਾਲੋਂ ਰਸਨਾ ਤੋਂ ਨਾਮ ਜਪ ਲਵੋ ਤੇ ਉਹਦਾ ਤੁਹਾਨੂੰ ਵਧੇਰੇ ਫਲ ਮਿਲੇਗਾ। ਕੰਠ ਰਮਣੀ ਰਾਮ ਰਾਮ ਮਾਲਾ, ਕੰਠ ਦੇ ਵਿੱਚ ਮਧਮਾ ਬਾਣੀ ਦਾ ਨਿਵਾਸ ਹੈ। ਤੁਸੀਂ ਮਧਮਾ ਬਾਣੀ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ, ਇਹੀ ਸੁੰਦਰ ਮਾਲਾ ਹੈ। ਹਸ ਊਚ ਪ੍ਰੇਮ ਧਾਰਨੀ, ਤੇ ਨਾਲ ਜਿਹੜੀ ਪ੍ਰੇਮ ਦੀ ਧਾਰਨਾ ਹੈ, ਭਾਵ ਆਪਣੇ ਮਨ ਦੇ ਵਿੱਚ ਪ੍ਰੇਮ ਦੀ ਸ਼ਰਧਾ ਭਾਵਨਾ ਪੈਦਾ ਕਰਨੀ ਹੈ। ਹਸ ਊਚ, ਉੱਚਾ ਹੱਥ ਰੱਖ ਕੇ ਜਿਹੜੀ ਮਾਲਾ ਫੇਰੀ ਜਾਂਦੀ ਹੈ, ਉਹ ਵੀ ਥੈਲੀ ਦੇ ਵਿੱਚ ਹੱਥ ਪਾ ਕੇ ਗੁਪਤ, ਉਹਨੂੰ ਗੋਮੁਖੀ ਕਹਿੰਦੇ ਨੇ। ਇਹ ਗੋਮੁਖੀ ਮਾਲਾ ਫੇਰਨੀ ਹੈ, ਜੋ ਵਾਹਿਗੁਰੂ ਦੇ ਪ੍ਰੇਮ ਨੂੰ ਆਪਣੇ ਅੰਦਰ ਵਸਾਉਣਾ ਹੈ। ਜਿਹ ਭਣਿਜੋ ਉਤਮ ਸਲੋਕ ਉਦਰਣੰ ਨੈਣ ਨੰਦਨੀ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਜੀ ਭਣਿਜੋ ਉਤਮ ਸਲੋਕ, ਤੁਸੀਂ ਆਪਣੀ ਜ਼ੁਬਾਨ ਤੋਂ ਜਿਹੜੇ ਬੜੇ ਉੱਤਮ ਸਲੋਕ ਨੇ, ਹੁਣ ਆਹ ਜਿਹੜੇ ਸਲੋਕ ਨੇ, ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ, ਸਾਰੇ ਸਲੋਕ ਨੇ, ਇਹ ਬੜੇ ਅਮੋਲਕ ਨੇ। ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ, ਇਹ ਬੜੇ ਕੀਮਤੀ ਰਤਨ ਨੇ, ਗੁਰ ਕਾ ਸ਼ਬਦ ਰਤਨ ਹੈ। ਇਹ ਜਿਹੜੇ ਉੱਤਮ ਸਲੋਕ ਰਸਨਾ ਤੋਂ ਉਚਾਰਨ ਕਰਨੇ ਹਨ, ਜੀਭ ਤੋਂ ਭਾਵ ਹੈ ਜ਼ੁਬਾਨ। ਜੀ ਭਣਿਜੋ ਉੱਤਮ ਸਲੋਕ, ਮਧਮਾ ਬਾਣੀ ਦੁਆਰਾ ਵਾਹਿਗੁਰੂ ਦਾ ਨਾਮ ਜਪਣਾ ਸੁੰਦਰ ਮਾਲਾ ਹੈ। ਮਨ ਵਿੱਚ ਪ੍ਰੇਮ ਦੀ ਧਾਰਨਾ ਬਣਾਉਣੀ, ਪ੍ਰੇਮ ਦੀ ਸ਼ਰਧਾ ਭਾਵਨਾ ਨੂੰ ਪੈਦਾ ਕਰਨਾ, ਇਹ ਗੋਮੁਖੀ ਮਾਲਾ ਹੈ। ਆਪਣੀ ਰਸਨਾ ਤੋਂ ਉੱਤਮ ਸਲੋਕ ਗੁਰਬਾਣੀ ਦੇ ਉਚਾਰਨ ਕਰਨੇ, ਇਹ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ। ਇਹਦਾ ਫਲ ਕੀ ਹੋਵੇਗਾ? ਉਦਰਣ ਨੈਣ ਨੰਦਨੀ, ਨੈਣ ਨੰਦਨੀ ਤੋਂ ਭਾਵ ਹੈ ਜਿਹਨੂੰ ਵੇਖ ਕੇ ਨੇਤਰਾਂ ਦੇ ਨਾਲ ਨੰਦਨੀ ਖੁਸ਼ੀ ਪ੍ਰਾਪਤ ਹੋਵੇ। ਉਹ ਕਿਹੜੀ ਚੀਜ਼ ਹੈ? ਜਦੋਂ ਤੁਸੀਂ ਮਨ ਵਿੱਚ ਵਿਚਾਰੋਗੇ ਤਾਂ ਜਵਾਬ ਆਪਣੇ ਆਪ ਹੀ ਸਾਨੂੰ ਮਿਲ ਜਾਂਦਾ ਹੈ। ਜਿਹਨੂੰ ਵੇਖ ਕੇ ਅਸੀਂ ਖੁਸ਼ ਹੁੰਦੇ ਹਾਂ, ਉਹ ਹੈ ਮਾਇਆ। ਮਾਇਆ ਦੀ ਚਮਕ ਦਮਕ ਐਸੀ ਹੈ, ਮਾਇਆ ਐਸੀ ਮੋਹਣੀ ਭਾਈ, ਜੇ ਤੇ ਜੀ ਤੇ ਡਹਿਕ ਆਈ। ਛੋਟੇ ਬੱਚੇ ਵੀ ਚਮਕ ਦਮਕ ਵਾਲੀ ਚੀਜ਼ ਨੂੰ ਦੇਖ ਕੇ ਤੇ ਉਸ ਪਾਸੇ ਲੁਭਾਏ ਮਾਨ ਹੋ ਜਾਂਦੇ ਨੇ। ਹਰ ਮਨੁੱਖ ਦਾ ਮਨ ਵੀ ਸੋਨੇ ਚਾਂਦੀ ਦੀ, ਹੀਰੇ ਮੋਤੀਆਂ ਦੀ ਚਮਕ ਨੂੰ ਦੇਖ ਕੇ ਖੁਸ਼ ਹੋ ਜਾਂਦਾ ਹੈ। ਇਸੇ ਲਈ ਨੈਣ ਨੰਦਨੀ ਤੋਂ ਭਾਵ ਹੈ ਮਾਇਆ ਦਾ ਪ੍ਰਤਾਪ, ਮਾਇਆ ਦੀ ਚਮਕ ਦਮਕ। ਤੇ ਜਦੋਂ ਅਸੀਂ ਮਧਮਾ ਬਾਣੀ ਦੁਆਰਾ ਵਾਹਿਗੁਰੂ ਦਾ ਜਾਪ ਕਰਦੇ ਹਾਂ, ਪ੍ਰੇਮ ਦੀ ਭਾਵਨਾ ਪੈਦਾ ਕਰਕੇ ਜਦੋਂ ਅਸੀਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਰਸਨਾ ਤੋਂ ਗੁਰਬਾਣੀ ਦੇ ਉੱਤਮ ਸਲੋਕ ਸ਼ਬਦ ਉਚਾਰਨ ਕਰਦੇ ਹਾਂ, ਫਿਰ ਇਹ ਜਿਹੜੀ ਮਾਇਆ ਰੂਪੀ ਨਦੀ ਹੈ, ਇਸ ਤੋਂ ਉਦਰਣ ਅਸੀਂ ਪਾਰ ਹੋ ਜਾਂਦੇ ਹਾਂ। ਕਿਉਂ? ਵਾਹਿਗੁਰੂ ਦਾ ਨਾਮ ਬੇੜੀ ਵਾਂਗ ਹੈ। ਜਦੋਂ ਆਪਾਂ ਕੋਈ ਦਰਿਆ ਨਦੀ ਪਾਰ ਕਰਨੀ ਹੋਵੇ, ਫਿਰ ਉੱਥੇ ਬੇੜੀ ਇੱਕ ਸਾਧਨ ਹੈ। ਆਪਾਂ ਬੇੜੀ ਦੀ ਓਟ ਲੈ ਕੇ ਨਦੀ ਪਾਰ ਕਰਦੇ ਹਾਂ। ਹਜ਼ੂਰ ਕਹਿੰਦੇ ਨਾਮ ਦੀ ਬੇੜੀ 'ਤੇ ਚੜ੍ਹ ਕੇ, ਸਿਮਰਨ ਦੀ ਬੇੜੀ 'ਤੇ ਚੜ੍ਹ ਕੇ, ਇਹ ਬਾਣੀ ਦੀ ਬੇੜੀ 'ਤੇ ਚੜ੍ਹ ਕੇ ਮਨੁੱਖ ਮਾਇਆ ਰੂਪੀ ਨਦੀ ਤੋਂ ਪਾਰ ਲੰਘ ਜਾਂਦਾ ਹੈ। ਗੁਰ ਮੰਤਰ ਹੀਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਣ ਹੈ। ਇਹ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਮਹਾਰਾਜ ਕਈ ਆਦਮੀ ਨਗੁਰੇ ਤੁਰੇ ਫਿਰਦੇ ਨੇ, ਉਹਨਾਂ ਦੀ ਦਸ਼ਾ, ਉਹਨਾਂ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ? ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ, ਗੁਰ ਮੰਤਰ ਹੀਣਸ ਜੋ ਪ੍ਰਾਣੀ, ਜੋ ਪ੍ਰਾਣੀ ਜੀਵ, ਕੋਈ ਵੀ ਇਨਸਾਨ, ਕੋਈ ਵੀ ਮਾਈ ਪਾਈ ਗੁਰ ਮੰਤਰ ਤੋਂ ਹੀਣਾ ਹੈ। ਭਾਵ ਜਿਸਨੇ ਗੁਰ ਮੰਤਰ ਨਹੀਂ ਲਿਆ,
ਗੁਰੂ ਵਾਲਾ ਨਹੀਂ ਬਣਿਆ। ਤ੍ਰਿਗੰਤ ਜਨਮ ਪ੍ਰਸ਼ਨ ਹੈ, ਉਹ ਤੇ ਭ੍ਰਸ਼ਟਿਆ ਹੋਇਆ ਹੈ। ਜਿਉਂ ਨਗੁਰਾ ਬਹੁ ਬਾਤਾਂ ਜਾਣਾ, ਉਹ ਹਰਦਾ ਹੈ ਭ੍ਰਸ਼ਟੀ। ਉਸ ਭ੍ਰਸ਼ਟੇ ਹੋਏ ਦਾ ਜਨਮ ਤ੍ਰਿਗੰਤ ਤਰਕਾਰ ਯੋਗ ਹੁੰਦਾ। ਭਾਵ ਜਿਹੜਾ ਇਸ ਮਨੁੱਖੀ ਜੀਵਨ ਨੂੰ ਪ੍ਰਾਪਤ ਕਰਕੇ ਗੁਰੂ ਵਾਲਾ ਨਹੀਂ ਬਣਦਾ, ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਦਾ, ਜਾਂ ਆਪੋ ਆਪਣੇ ਧਰਮਾਂ ਦੇ ਮੁਤਾਬਕ ਧਰਮ ਨੂੰ ਅਡਾਪਟ ਨਹੀਂ ਕਰਦਾ, ਤੇ ਉਹਦਾ ਜਨਮ ਤਰਕਾਰ ਯੋਗ ਹੁੰਦਾ ਹੈ। ਕੂਕਰੈ ਫੂਕਰੈ ਗਰਦਬੈ ਕਾਕਹਿ ਸਰਪਨੈ ਤੁਲ ਖਲੈ। ਫਿਰ ਮਹਾਰਾਜ ਉਸ ਦਾ ਜੀਵਨ ਕਿਹੋ ਜਿਹਾ ਹੁੰਦਾ, ਇਹਦੇ ਬਾਰੇ ਸਮਝਾਓ। ਤਾਂ ਹਜ਼ੂਰ ਇਹਦਾ ਜਵਾਬ ਦਿੰਦੇ ਨੇ, ਜਿਹੜਾ ਗੁਰਮੰਤਰ ਤੋਂ ਹੀਣਾ ਮਨੁੱਖ ਹੈ, ਉਹਦਾ ਜੀਵਨ ਕੁਕਰ ਹੈ। ਕੁਕਰ ਕੁੱਤੇ ਨੂੰ ਕਹਿੰਦੇ ਨੇ, ਕੁੱਤਿਆਂ ਵਰਗਾ ਉਹਦਾ ਜੀਵਨ ਹੁੰਦਾ। ਕੁੱਤੇ ਦਾ ਸੁਭਾਅ ਬੜਾ ਲਾਲਚੀ ਹੁੰਦਾ। ਕੁੱਤਾ ਕੁੱਤੇ ਨੂੰ ਦੇਖ ਕੇ ਭੌਂਕਣ ਲੱਗ ਜਾਂਦਾ। ਹਜ਼ੂਰ ਕਹਿੰਦੇ ਜਿਹੜਾ ਗੁਰਮੰਤਰ ਤੋਂ ਹੀਣਾ ਪੁਰਸ਼ ਹੈ, ਉਹਦਾ ਜੀਵਨ ਕੁੱਤਿਆਂ ਵਰਗਾ ਹੈ, ਤੇ ਸ਼ੁਕਰ ਹੈ ਸੂਰਾਂ ਵਰਗਾ ਹੈ, ਗਰਦਬ ਹੈ ਗਧਿਆਂ ਵਰਗਾ ਹੈ, ਕਾਕਾ ਹੈ ਕਾਵਾਂ ਵਰਗਾ ਉਹਦਾ ਜੀਵਨ ਹੈ। ਹਜ਼ੂਰ ਫਰਮਾਉਂਦੇ ਨੇ ਸਰਪਣਾ ਤੁਲ ਖਲੈ। ਖਲੈ ਦਾ ਅਰਥ ਉਸ ਮੂਰਖ ਦਾ, ਬੇਸਮਝ ਦਾ ਜੀਵਨ ਸੱਪਾਂ ਦੇ ਤੁਲ ਬਰਾਬਰ ਹੁੰਦਾ। ਇਹ ਜਿਹੜੇ ਪੰਜੇ ਜਾਨਵਰਾਂ ਦੇ ਨਾਮ ਸਤਿਗੁਰੂ ਮਹਾਰਾਜ ਨੇ ਲਿਖੇ ਨੇ, ਇਹਨਾਂ ਨੂੰ ਮਨੁੱਖੀ ਸਮਾਜ ਦੇ ਵਿੱਚ ਨਖਿੱਧ ਮੰਨਿਆ ਗਿਆ। ਜਦੋਂ ਕਿ ਆਦਮੀ ਬਹੁਤਾ ਬਕਵਾਸ ਕਰੇ, ਕਹਿੰਦੇ ਕਿਵੇਂ ਕੁੱਤੇ ਵਾਂਗੂ ਭੌਂਕਦਾ। ਜੇ ਕੋਈ ਬਹੁਤਾ ਲਾਲਚ ਕਰੇ, ਕਹਿੰਦੇ ਕਿਵੇਂ ਕੁੱਤੇ ਵਾਂਗੂ ਮੂੰਹ ਮਾਰਦਾ ਫਿਰਦਾ। ਤੇ ਜੇ ਕੋਈ ਆਦਮੀ ਬਹੁਤਾ ਖਾਵੇ, ਕਹਿੰਦੇ ਕਿਵੇਂ ਸੂਰ ਵਾਂਗੂ ਫਿੱਟਿਆ ਹੋਇਆ। ਜਿਹੜਾ ਆਦਮੀ ਨਸ਼ੇੜੀ ਹੋ ਕੇ, ਮਦਹੋਸ਼ ਹੋ ਕੇ, ਨਸ਼ੇ ਦੇ ਵਿੱਚ ਮਖਮੂਰ ਹੋ ਕੇ ਰੂੜੀਆਂ ਤੇ ਗਲੀਆਂ ਦੇ ਵਿੱਚ ਡਿੱਗਦਾ ਫਿਰਦਾ, ਕਹਿੰਦੇ ਕਿਵੇਂ ਗਧੇ ਵਾਂਗੂ ਲਟਦਾ ਫਿਰਦਾ। ਤੇ ਜਿਹੜਾ ਆਦਮੀ ਬਹੁਤਾ ਕੁਰਖਤ ਬੋਲਦਾ ਹੈ, ਕਹਿੰਦੇ ਕਿਵੇਂ ਕਾਂ ਕਾਂ ਕਰਦਾ। ਜਿਹੜਾ ਆਦਮੀ ਬਹੁਤਾ ਕ੍ਰੋਧੀ ਹੋਵੇ, ਕਹਿੰਦੇ ਕਿਵੇਂ ਸੱਪ ਵਾਂਗੂ ਜ਼ਹਿਰ ਘੋਲਦਾ। ਇਹ ਸਾਡੇ ਮੁਹਾਵਰਿਆਂ ਦੇ ਵਿੱਚ ਵੀ ਇਹਨਾਂ ਜਾਨਵਰਾਂ ਦੇ ਨਾਮ ਵਰਤੇ ਜਾਂਦੇ ਨੇ। ਹਜ਼ੂਰ ਕਹਿੰਦੇ ਜਿਹੜਾ ਆਦਮੀ ਗੁਰ ਮੰਤਰ ਨੂੰ ਧਾਰਨ ਕਰਦਾ ਹੈ, ਤੇ ਉਸ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਬਦਲ ਜਾਂਦੀ ਹੈ। ਉਹਦੇ ਜੀਵਨ ਦਾ ਢੰਗ ਨਿਰਮਲ ਹੋ ਜਾਂਦਾ, ਤਾਂ ਕਿ ਨਿਰਮਲ ਰੀਤ। ਤੇ ਜਿਹੜਾ ਗੁਰਮੰਤਰ ਤੋਂ ਹੀਣਾ ਰਹਿੰਦਾ, ਤੇ ਫਿਰ ਉਹਦਾ ਜੀਵਨ ਇਹਨਾਂ ਜਾਨਵਰਾਂ ਵਰਗਾ ਹੁੰਦਾ। ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇਸ ਸ਼ਲੋਕ ਦਾ ਅਰਥ ਇਉਂ ਵੀ ਕਰਦੇ ਸਨ। ਕੂਕਰ ਹੈ ਸ਼ੁਕਰ ਹੈ ਗਰਦ ਬਹਿ ਕਾਕਾ ਹੈ ਸਰਪ ਨਹਿ ਤੁਲ ਖਲੈ। ਨੰਨੇ ਨੂੰ ਵੱਖਰਾ ਕਰਕੇ ਸਰਪ ਨਹਿ ਤੁਲ ਖਲੈ, ਵੀ ਉਸ ਮੂਰਖ ਦਾ ਜਨਮ ਇਹਨਾਂ ਨਾਲੋਂ ਵੀ ਭੈੜਾ ਹੁੰਦਾ। ਇੱਕ ਤੇ ਬਰਾਬਰ ਤੁਲਨਾ ਦਿੱਤੀ ਹੈ ਨਾ, ਪਰ ਮਹਾਂਪੁਰਖ ਇਹ ਵੀ ਅਰਥ ਕਰਦੇ ਸਨ ਸਰਪ ਨਹਿ ਤੁਲ ਖਲੈ। ਉਸ ਮੂਰਖ ਦਾ ਜਨਮ ਇਹਨਾਂ ਸੱਪਾਂ ਨਾਲੋਂ ਵੀ, ਕੁੱਤਿਆਂ ਨਾਲੋਂ ਵੀ, ਸੂਰਾਂ ਨਾਲੋਂ ਵੀ, ਗਧਿਆਂ ਨਾਲੋਂ ਵੀ, ਕਾਵਾਂ ਨਾਲੋਂ ਵੀ ਭੈੜਾ ਹੁੰਦਾ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਕੁਝ ਪਸ਼ੂਆਂ ਦੇ ਵਿੱਚ ਵੀ ਗੁਣਾਂ ਦਾ ਇਜ਼ਹਾਰ ਕੀਤਾ ਗਿਆ ਹੈ। ਹੁਣ ਫਰਜ਼ ਕਰੋ ਕੁਕਰ ਹੈ, ਕੁੱਤੇ ਦੀ ਗੱਲ ਆ ਗਈ। ਜਦੋਂ ਆਪਾਂ ਨੌਵੇਂ ਪਾਤਸ਼ਾਹ ਦੀ ਬਾਣੀ ਭੋਗ ਦੇ ਸ਼ਲੋਕ ਪੜ੍ਹਦੇ ਹਾਂ, ਉਹਨਾਂ ਵਿੱਚ ਇੱਕ ਗੁਰੂ ਮਹਾਰਾਜ ਨੇ ਉਦਾਹਰਣ ਦਿੱਤੀ ਹੈ। ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਾਇਤਨੀ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ। ਉਸ ਕੁੱਤੇ ਵਿੱਚ ਸਵਾਮ ਭਗਤੀ ਦਾ ਗੁਣ ਹੁੰਦਾ। ਉਹਦਾ ਮਾਲਕ ਉਹਨੂੰ ਚਾਹੇ ਮਾਰੇ ਕੁੱਟੇ ਝਿੜਕੇ, ਪਰ ਉਹ ਮਾਲਕ ਦਾ ਦਰ ਛੱਡ ਕੇ ਨਹੀਂ ਜਾਂਦਾ।
ਪਰ ਸਾਡੇ ਵਿੱਚ ਇਹ ਗੁਣ ਨਹੀਂ ਹੈ। ਫਿਰ ਅਸੀਂ ਕੁੱਤੇ ਨਾਲੋਂ ਭੈੜੇ ਹੋਏ ਨਾ। ਹੁਣ ਸਾਡੇ ਮਾਂ-ਬਾਪ ਜੇ ਸਾਨੂੰ ਘੂਰ ਵੀ ਦੇਣ ਤੇ ਅਸੀਂ ਘਰੋਂ ਭੱਜਣ ਨੂੰ ਤਿਆਰ ਹੋ ਜਾਂਦੇ। ਇਹ ਕੁੱਤੇ ਵਿੱਚ ਗੁਣ ਹੁੰਦਾ ਹੈ। ਬੁੱਲ੍ਹੇ ਸ਼ਾਹ ਨੂੰ ਹੰਕਾਰ ਹੋ ਗਿਆ। ਉਹਦਾ ਮੁਰਸ਼ਦ ਉਹਨੂੰ ਮਿਲਣ ਵਾਸਤੇ ਆਇਆ, ਉਹਨੇ ਉਹਦਾ ਕੋਈ ਸਤਿਕਾਰ ਨਾ ਕੀਤਾ। ਉਹਦਾ ਮੁਰਸ਼ਦ ਨਾਰਾਜ਼ ਹੋ ਕੇ ਚਲਿਆ ਗਿਆ। ਬਾਅਦ ਵਿੱਚ ਬੁੱਲ੍ਹੇ ਨੂੰ ਪਛਤਾਵਾ ਹੋਇਆ ਤੇ ਉਹਨੇ ਬਥੇਰੀ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਮੁਰਸ਼ਦ ਨੂੰ ਖੁਸ਼ ਕਰਾਂ, ਪਰ ਉਹਨੇ ਆਪਣੇ ਮੁਰਸ਼ਦ ਦਾ ਨਿਰਾਦਰ ਕੀਤਾ ਸੀ ਤੇ ਉਹ ਉਸ ਨੂੰ ਨੇੜੇ ਨਾ ਲੱਗਣ ਦੇਵੇ। ਫਿਰ ਇੱਕ ਦਿਨ ਉਹ ਤੁਰਿਆ ਜਾ ਰਿਹਾ ਸੀ ਬੁੱਲ੍ਹੇ ਸ਼ਾਹ। ਇੱਕ ਕੁੱਤਾ ਜੋ ਮਾਲਕ ਦਾ ਵਫਾਦਾਰ ਸੀ, ਕਿਸੇ ਕਾਰਨ ਉਹਦਾ ਮਾਲਕ ਉਸ ਤੋਂ ਨਾਰਾਜ਼ ਹੋ ਗਿਆ। ਉਸ ਨੂੰ ਡੰਡਾ ਲੈ ਕੇ ਕੁੱਟੇ ਮਾਰੇ, ਕਦੇ ਠੁੱਡੇ ਮਾਰੇ। ਉਹ ਕੁੱਤਾ ਉਹਦੇ ਪੈਰਾਂ 'ਤੇ ਲਿਟੀ ਜਾਵੇ, ਨਾਲੇ ਚੌਂ ਚੌਂ ਕਰੇ ਤੇ ਨਾਲੇ ਉਹਦੇ ਅੱਗੇ ਲੰਮਾ ਪੈ ਜਾਵੇ ਵੀ ਤੂੰ ਜੋ ਮਰਜ਼ੀ ਕਰ ਲੈ, ਮੈਂ ਤੇਰਾ ਦਰ ਛੱਡ ਕੇ ਨਹੀਂ ਜਾਣਾ। ਜਦੋਂ ਉਸ ਕੁੱਤੇ ਦੀ ਹਾਲਤ ਵੇਖੀ ਤਾਂ ਉਸ ਵੇਲੇ ਬੁੱਲ੍ਹੇ ਸ਼ਾਹ ਨੂੰ ਇਹ ਗੱਲ ਕਹਿਣੀ ਪਈ ਸੀ, ਜਾਓ ਬੁੱਲ੍ਹਿਆ, ਗੁਰੂ ਮਨਾ ਲੈ, ਨਹੀਂ ਬਾਜੀ ਲੈ ਗਏ ਕੁੱਤੇ। ਕੁੱਤੇ ਵੀ ਤੇਰੇ ਨਾਲੋਂ ਚੰਗੇ ਨੇ। ਜੇ ਤੂੰ ਆਪਣੇ ਗੁਰੂ ਨੂੰ ਖੁਸ਼ ਨਾ ਕਰ ਸਕਿਆ, ਫਿਰ ਕੁੱਤੇ ਤੋਂ ਸਿੱਖਿਆ ਲੈ ਕੇ ਇਹਦਾ ਹੰਕਾਰ ਮਿਟਿਆ ਤੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਮੁਆਫੀ ਮੰਗੀ ਤੇ ਉਹਨੂੰ ਖੁਸ਼ ਕੀਤਾ ਸੀ। ਇਹ ਕੁੱਤੇ ਵਿੱਚ ਗੁਣ ਹੈ ਨਾ, ਪਰ ਸਾਡਾ ਜੀਵਨ ਕੁੱਤਿਆਂ ਨਾਲੋਂ ਵੀ ਭੈੜਾ ਹੈ। ਹੁਣ ਦੂਜਾ ਜਾਨਵਰ ਦਾ ਨਾਂ ਆਇਆ ਸੂਰ। ਜਦੋਂ ਆਪਾਂ ਭਗਤ ਕਬੀਰ ਜੀ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਇੱਕ ਸ਼ਲੋਕ ਆਉਂਦਾ, ਕਬੀਰ ਸਾਖਤ ਤੇ ਸੂਕਰ ਭਲਾ, ਰਾਖੈ ਆਸ਼ਾ ਗਾਉ, ਉਹ ਸਾਖਤ ਬੱਪਰਾ ਮਰ ਗਿਆ, ਕੋਈ ਨਾ ਲਹਿ ਨਾ। ਕਾਂਸ਼ੀ ਵਿੱਚ ਜਿਸ ਮਹੱਲੇ ਦੇ ਵਿੱਚ ਕਬੀਰ ਭਗਤ ਜੀ ਰਹਿੰਦੇ ਸਨ, ਉੱਥੇ ਇੱਕ ਸਾਖਤ ਪੁਰਸ਼ ਰਹਿੰਦਾ ਸੀ ਤੇ ਇੱਕ ਸੂਰ ਵੀ ਰਹਿੰਦਾ ਸੀ। ਅਚਾਨਕ ਦੋਹਾਂ ਦੀ ਇੱਕੋ ਦਿਨ ਹੀ ਮੌਤ ਹੋ ਜਾਂਦੀ ਹੈ। ਭਗਤ ਕਬੀਰ ਜੀ ਕੋਲ ਲੋਕ ਆਉਂਦੇ ਨੇ ਤੇ ਆ ਕੇ ਦੱਸਦੇ ਨੇ, ਮਹਾਰਾਜ ਉਹ ਜਿਹੜਾ ਸਾਖਤ ਪੁਰਸ਼ ਸੀ, ਸ਼ਰਾਬੀ ਕਬਾਬੀ ਵੈਲੀ ਬੰਦਾ ਸੀ, ਉਹ ਮਰ ਗਿਆ। ਲੋਕੀ ਕਹਿਣ ਚੰਗਾ ਹੋਇਆ ਦਫਾ ਹੋ ਗਿਆ, ਉਹਦਾ ਨਾਂ ਕੀ ਲੈਣਾ। ਕੋਈ ਉਹਦਾ ਨਾਮ ਸੁਣਨ ਨੂੰ ਤਿਆਰ ਨਹੀਂ ਸੀ। ਤੇ ਫਿਰ ਕਿਸੇ ਨੇ ਆ ਕੇ ਦੱਸਿਆ, ਮਹਾਰਾਜ ਸੂਰ ਵੀ ਮਰ ਗਿਆ। ਤੇ ਲੋਕੀ ਕਹਿਣ ਵੀ ਉਹ ਵਿਚਾਰਾ ਸਫਾਈ ਕਰਦਾ ਸੀ ਨਾ, ਕੋਈ ਕਿਸੇ ਦਾ ਮਾੜਾ ਥੋੜ੍ਹਾ ਕਰਦਾ ਸੀ। ਹੁਣ ਸੂਰ ਦਾ ਸੁਭਾਅ ਸਾਨੂੰ ਪਤਾ ਹੀ ਹੈ ਵੀ ਗੰਦਗੀ ਖਾਂਦਾ। ਮਨੁੱਖ ਦਾ ਕੰਮ ਕੀ ਹੈ? ਗੰਦਗੀ ਖਿਲਾਰਨੀ। ਤੇ ਸੂਰ ਦਾ ਸੁਭਾਅ ਹੁੰਦਾ ਤੇ ਉਹਨੂੰ ਸਾਫ਼ ਕਰਨਾ। ਹੁਣ ਗੰਦਗੀ ਖਿਲਾਰਨ ਵਾਲਾ ਮਾੜਾ ਹੁੰਦਾ ਕਿ ਉਹਨੂੰ ਸਾਫ਼ ਕਰਨ ਵਾਲਾ ਚੰਗਾ ਹੋਊਗਾ? ਗੁਣਾਂ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਇਸੇ ਲਈ ਲੋਕ ਸੂਰ ਕਹਿੰਦੇ ਚੰਗਾ ਸੀ। ਕਬੀਰ ਸਾਖਤ ਤੇ ਸੂਕਰ ਭਲਾ, ਕਹਿੰਦੇ ਸਾਖਤ ਨਾਲੋਂ ਸੂਰ ਚੰਗਾ। ਇਹ ਗੱਲ ਲੋਕੀ ਆਖਦੇ ਨੇ। ਰਾਖੈ ਆਛਾ ਗਾਉਂ, ਵੀ ਉਹ ਸਾਡੇ ਗਾਉਂ ਪਿੰਡ ਨੂੰ, ਸ਼ਹਿਰ ਨੂੰ ਸਾਫ਼ ਸੁਥਰਾ ਰੱਖਦਾ ਸੀ, ਗੰਦਗੀ ਸਾਫ਼ ਕਰਦਾ ਸੀ। ਉਹ ਸਾਖਤ ਬੱਪਰਾ ਮਰ ਗਿਆ, ਕੋਈ ਨਾ ਲਹਿ ਨਾ। ਉਹ ਵਿਚਾਰਾ ਸਾਖਤ ਮਰ ਗਿਆ, ਕੋਈ ਉਸ ਦਾ ਨਾਂ ਲੈਣ ਨੂੰ ਤਿਆਰ ਨਹੀਂ ਹੁੰਦਾ। ਇਸ ਲਈ ਸੂਰ ਵਿੱਚ ਵੀ ਗੁਣ ਹੈ। ਗਰਦ ਬੈ, ਗਧੇ ਵਿੱਚ ਵੀ ਗੁਣ ਹੈ। ਗੁਰਬਾਣੀ ਵਿੱਚ ਤਾਂ ਧਿਆਨ ਵਿੱਚ ਨਹੀਂ ਆਇਆ, ਪਰ ਜਿਹੜੇ ਹੋਰ ਧਰਮ ਗ੍ਰੰਥ ਨੇ ਉਹਦੇ ਵਿੱਚ ਕਈ ਜਾਨਵਰਾਂ ਦੇ ਗੁਣ ਲਿਖੇ ਹੋਏ ਨੇ। ਤੇ ਗਧੇ ਦੇ ਵਿੱਚ ਵੱਡਾ ਗੁਣ ਇਹ ਲਿਖਿਆ ਹੋਇਆ ਵੀ ਉਹ ਚਾਹੇ ਥੱਕਿਆ ਵੀ ਹੋਵੇ ਤੇ ਜਿਹੜਾ ਉਹਦਾ ਮਾਲਕ ਹੁੰਦਾ ਉਹਦੇ ਉੱਤੇ ਭਾਰ ਲਾ ਦਿੰਦਾ, ਉਹ ਥੱਕਿਆ ਵੀ ਹੌਲੀ ਹੌਲੀ ਤੁਰਿਆ ਜਾਂਦਾ, ਆਲਸੀ ਨਹੀਂ ਹੁੰਦਾ। ਤੇ ਦੂਸਰਾ ਉਹਦੇ ਵਿੱਚ ਇਹ ਗੁਣ ਹੁੰਦਾ, ਉਹ ਸੰਤੋਖੀ ਹੁੰਦਾ। ਆਪਾਂ ਹੋਰ ਜਿਹੜੇ ਦੁੱਧ ਵਾਲੇ ਪਸ਼ੂ ਨੇ ਉਹਨਾਂ ਨੂੰ ਪੱਠੇ ਤੇ ਨਾਲ ਦਾਣਾ ਤੇ ਕਈ ਤਰ੍ਹਾਂ ਦੀ ਫੀਡ ਵੀ ਪਾਉਂਦੇ ਆ ਤਾਂ ਕਿ ਉਹ ਦੁੱਧ ਦੇਣ। ਪਰ ਹੁਣ ਜਿਹੜੇ ਗਧਿਆਂ ਨੂੰ ਰੱਖਣ ਵਾਲੇ ਨੇ, ਕਦੇ ਉਹਨਾਂ ਨੂੰ ਕੋਈ ਦਾਣਾ ਪਾਉਂਦਾ? ਸੰਤੋਖੀ ਚਾਰਾ ਚਰੈ, ਬਸ ਉਹਨੂੰ ਖੁੱਲ੍ਹਾ ਛੱਡ ਦਿੰਦੇ ਨੇ, ਆਪਦੀ ਮਰਜ਼ੀ ਨਾਲ ਖਾ ਪੀ ਲੈਂਦਾ ਤੇ ਬਸ ਉਹਦੇ ਨਾਲ ਹੀ ਸਬਰ ਕਰ ਲੈਂਦਾ। ਜਦੋਂ ਮਾਲਕ ਭਾਰ ਲਾਦਾ ਤੇ ਭਾਰ ਚੱਕ ਕੇ ਤੁਰ ਪੈਂਦਾ।
ਹੁਣ ਬੰਦੇ ਨੂੰ ਖਾਣ ਪੀਣ ਨੂੰ ਚੰਗਾ ਨਾ ਮਿਲੇ ਤੇ ਉਹਨੂੰ ਕੰਮ ਕਹੀਏ ਉਹ ਕਰਦਾ ਹੈ। ਇਹ ਗੁਣ ਹੈ ਇਹਨਾਂ ਵਿੱਚ, ਪਸ਼ੂਆਂ ਵਿੱਚ ਵੀ। ਤੇ ਕਾਕਾ ਹੈ, ਕਾਂ ਦੇ ਵਿੱਚ ਇਹ ਗੁਣ ਲਿਖਿਆ ਹੋਇਆ ਹੈ। ਇਹ ਜਿਹੜਾ ਕਾਂ ਹੈ, ਇੱਕ ਤਾਂ ਇਹ ਕਿਸੇ ਦੇ ਸਾਹਮਣੇ ਇਹ ਮੈਥਨ ਨਹੀਂ ਕਰਦਾ, ਸੈਕਸ ਨਹੀਂ ਕਰਦਾ, ਇਹਦੇ ਵਿੱਚ ਵੱਡਾ ਗੁਣ ਹੈ। ਕਈ ਵਾਰੀ ਆਦਮੀ ਇੰਨਾ ਬੇਸ਼ਰਮ ਹੋ ਜਾਂਦਾ ਹੈ ਤੇ ਫਿਰ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਗਲਤ ਕੰਮ, ਗਲਤ ਹਰਕਤਾਂ ਸਮਾਜ ਦੇ ਸਾਹਮਣੇ ਕਰਨੀਆਂ ਸ਼ੁਰੂ ਕਰ ਦਿੰਦੇ। ਦੂਸਰਾ, ਕਾਂ ਦਾ ਇਹ ਗੁਣ ਲਿਖਿਆ ਹੋਇਆ ਹੈ ਵੀ ਉਹਨੂੰ ਪਤਾ ਲੱਗ ਜਾਏ ਜਦੋਂ ਕਾਲ ਪੈਣਾ ਹੋਵੇ, ਉਹ ਪਹਿਲਾਂ ਹੀ ਆਪਣਾ ਅੰਨ ਸਟੋਰ ਕਰਨ ਲੱਗ ਜਾਂਦਾ, ਦਾਣਾ ਇਕੱਠਾ ਕਰਨ ਲੱਗ ਜਾਂਦਾ। ਇਹ ਕਾਂ ਦੇ ਵਿੱਚ ਗੁਣ ਨੇ, ਸਿਆਣਿਆਂ ਨੇ ਲਿਖੇ ਹੈ। ਤੇ ਸਰਪਣ ਹੈ, ਸੱਪ ਦੇ ਵਿੱਚ ਕੀ ਗੁਣ ਹੁੰਦਾ ਹੈ? ਹੁਣ ਸੱਪ ਦਾ ਸੁਭਾਅ ਹੁੰਦਾ ਹੈ, ਜਿੰਨਾ ਚਿਰ ਤੁਸੀਂ ਇਹਨੂੰ ਛੇੜੋ ਨਾ, ਇਹ ਕਿਸੇ ਨੂੰ ਡੰਗ ਨਹੀਂ ਮਾਰਦਾ। ਜਦੋਂ ਸੱਪ ਨੂੰ ਕੋਈ ਛੇੜਦਾ ਤੇ ਫਿਰ ਉਹਦੇ ਉੱਤੇ ਉਹ ਹਮਲਾ ਕਰਦਾ, ਉਹਨੂੰ ਡੰਗ ਮਾਰਨ ਦੀ ਕੋਸ਼ਿਸ਼ ਕਰਦਾ, ਬਿਨਾਂ ਛੇੜੇ ਤੋਂ ਕੁਝ ਨਹੀਂ ਕਹਿੰਦਾ। ਪਰ ਕਈ ਆਦਮੀਆਂ ਦਾ ਸੁਭਾਅ ਸੱਪ ਨਾਲੋਂ ਵੀ ਭੈੜਾ ਹੁੰਦਾ, ਬਿਨਾਂ ਛੇੜਿਆਂ ਤੋਂ ਖਾਮ-ਖਾਈ ਉਹ ਕਿਸੇ ਦੇ ਗਲ ਪੈ ਜਾਂਦੇ ਨੇ। ਇਹ ਵੱਖੋ ਵੱਖਰੇ ਸੁਭਾਅ ਹੀ ਹੁੰਦੇ ਨੇ ਨਾ। ਇਸੇ ਲਈ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਉਹ ਜਿਹੜਾ ਮੂਰਖ ਆਦਮੀ ਹੈ ਵੀ ਉਹ ਤੇ ਸੱਪਾਂ ਨਾਲੋਂ ਵੀ, ਕੁੱਤਿਆਂ ਨਾਲੋਂ ਵੀ, ਸੂਰਾਂ ਨਾਲੋਂ ਵੀ, ਗਧਿਆਂ ਨਾਲੋਂ ਵੀ, ਕਾਵਾਂ ਨਾਲੋਂ ਵੀ ਭੈੜਾ ਹੁੰਦਾ ਹੈ। ਵੀ ਜਿਹੜਾ ਗੁਰੂ ਵਾਲਾ ਨਹੀਂ ਬਣਦਾ ਤੇ ਗੁਰਮੰਤਰ ਤੋਂ ਹੀਣਾ ਰਹਿੰਦਾ ਹੈ। ਚਰਨਾਰ ਬਿੰਦ ਭਜਨੰ ਹਿਰਦਿਅੰ ਨਾਮ ਧਾਰਨ ਹੈ। ਫਿਰ ਮਹਾਰਾਜ ਕੋਈ ਇਹੋ ਜਿਹਾ ਫਾਰਮੂਲਾ ਦੱਸੋ ਜਿਹਦੇ ਨਾਲ ਜਮ ਦਿਖਾਈ ਨਾ ਦੇਣ। ਕਿਉਂਕਿ ਆਪਾਂ ਇਹ ਸੁਣਦੇ ਹਾਂ ਨਾ, ਜਦੋਂ ਅੰਤ ਦਾ ਸਮਾਂ ਆਉਂਦਾ ਹੈ, ਉਸ ਵੇਲੇ ਪਾਪੀਆਂ ਨੂੰ ਜਮਦੂਤ ਲੈਣ ਵਾਸਤੇ ਆਉਂਦੇ ਨੇ। ਪਰ ਜਿਹੜੇ ਧਰਮੀ ਬੰਦੇ ਨੇ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟਹਿ ਨਿਕਟ ਨਾ ਜਾਈਓ ਦੂਤ, ਉਹਨਾਂ ਦੇ ਨੇੜੇ ਜਮਦੂਤ ਨਹੀਂ ਆ ਸਕਦੇ। ਇਸੇ ਲਈ ਹਜ਼ੂਰ ਕਹਿੰਦੇ ਨੇ ਧਰਮੀ ਬਣੋ। ਧਰਮੀ ਬਣਨ ਦੇ ਲਈ ਸਾਨੂੰ ਕੀ ਕਰਨਾ ਪੈਂਦਾ? ਚਰਨਾਰ ਬਿੰਦ ਭਜਨ, ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਭਜਨ ਸੇਵਨ ਕਰੋ। ਹਿਰਦਿਅੰ ਨਾਮ ਧਾਰਨ ਹੈ, ਤੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਧਾਰਨਾ ਕਰੋ, ਭਾਵ ਉਸ ਨਾਮ ਨੂੰ ਆਪਣੇ ਅੰਦਰ ਵਸਾ ਲਵੋ। ਕੀਰਤਨੰ ਸਾਧ ਸੰਗੇਨ ਨਾਨਕ ਨਹਿ ਦ੍ਰਿਸ਼ਟਾਂਤ ਜਮ ਦੂਤਨ ਹੈ। ਕੀਰਤਨੰ ਸਾਧ ਸੰਗੇਨ, ਵਿਸਰਾਮ ਇੱਥੇ ਲਾਉਣਾ ਚਾਲ ਦੇ ਮੁਤਾਬਕ। ਫਿਰ ਤੀਜੀ ਗੱਲ, ਸਾਧ ਸੰਗਤ ਵਿੱਚ ਬੈਠ ਕੇ, ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਕੀਰਤਨੰ, ਵਾਹਿਗੁਰੂ ਦਾ ਜਸ ਉਚਾਰਨ ਕਰੋ। ਜਿਹੜਾ ਬੰਦਾ ਤਿੰਨ ਕੰਮ ਕਰੇਗਾ, ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਸੇਵਾ, ਨਾਮ ਦੀ ਧਾਰਨਾ, ਸੰਗਤ ਵਿੱਚ ਬੈਠ ਕੇ ਕੀਰਤਨ ਕਰੇ, ਨਾਨਕ ਨਹਿ ਦ੍ਰਿਸ਼ਟਾਂਤ ਜਮਦੂਤ ਨੇ, ਉਹ ਕਦੀ ਜਮਦੂਤਾਂ ਨੂੰ ਨਹੀਂ ਦੇਖੇਗਾ। ਭਾਵ ਉਹਦੇ ਨੇੜੇ ਜਮਦੂਤ ਨਹੀਂ ਆ ਸਕਦੇ। ਜਿਹਦੇ ਕੋਲੇ ਗੁਰੂ ਦੀ ਬਾਣੀ ਤੇ ਵਾਹਿਗੁਰੂ ਦਾ ਨਾਮ ਹੁੰਦਾ ਹੈ ਨਾ, ਸੁਣ ਕੇ ਜਮ ਕੇ ਦੂਤ ਨਾਏ ਤੀਰੈ ਛੱਡ ਜਾਏ। ਨਾਮ ਦੇ ਵਿੱਚ ਸ਼ਕਤੀ ਹੈ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪਏ ਰਾਮ ਕਹਿਤ ਹੀ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ। ਗਨਕਾ ਹੁੰਗਤ ਪਾਈ, ਅਜਾ ਮਲ ਪਾਪੀ ਸੀ। ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਗਨਕਾ ਵਿਸ਼ਵਾ ਦਾ ਜੀਵਨ ਵੀ ਭ੍ਰਸ਼ਟਿਆ ਹੋਇਆ ਸੀ, ਪਰ ਜਦੋਂ ਉਹਨਾਂ ਨੇ ਨਾਮ ਦੀ ਓਠ ਲੈ ਲਈ ਤੇ ਫਿਰ ਜਮਦੂਤ ਉਹਨਾਂ ਦੇ ਨੇੜੇ ਨਹੀਂ ਆ ਸਕੇ। ਇਹ ਨਾਮ ਦੀ ਕਰਾਮਾਤ ਹੈ। ਹਜ਼ੂਰ ਕਹਿੰਦੇ ਫਿਰ ਉਹ ਕਦੀ ਜਮਦੂਤਾਂ ਨੂੰ ਨਹੀਂ ਦਿਖੇਗਾ। ਨਾਚ ਦੁਰਲਭੰ ਧਨੰ ਰੂਪੰ ਨਾਚ ਦੁਰਲਭੰ ਸਵਰਗ ਰਾਜ ਨਹਿ। ਲਓ, ਜਿਹੜੇ ਦੁਨੀਆ ਦੇ ਲੋਕ ਨੇ, ਜਿਹੜੀ ਚੀਜ਼ ਉਹਨਾਂ ਦੇ ਕੋਲ ਨਹੀਂ ਹੁੰਦੀ ਨਾ, ਤੇ ਜਾਂ ਨਹੀਂ ਉਸ ਨੂੰ ਹਾਸਲ ਕਰ ਸਕਦੇ, ਕਹਿੰਦੇ ਵੀ ਇਹ ਤੇ ਸਾਡੇ ਦੁਰਲਭ ਹੈ। ਕਿਹੜੀਆਂ ਕਿਹੜੀਆਂ ਚੀਜ਼ਾਂ ਦੁਰਲਭ ਨੇ ਤੇ ਕਿਹੜੀਆਂ ਨਹੀਂ, ਇਹਦੇ ਬਾਰੇ ਨਿਰਣਾ ਕਰੋ। ਤਾਂ ਹਜ਼ੂਰ ਕਹਿੰਦੇ ਨੇ ਨਚ ਦੁਰਲਭੰ ਧਨੰ ਰੂਪੰ, ਵੀ ਬਹੁਤਾ ਧਨ ਇਕੱਤਰ ਕਰਨਾ
ਤੇ ਰੂਪੰ ਦਾ ਅਰਥ ਹੈ ਬਹੁਤ ਹੀ ਸੁੰਦਰਤਾ ਹਾਸਲ ਕਰਨੀ। ਇਹ ਵੀ ਕੋਈ ਬਹੁਤ ਹੀ ਦੁਰਲਭ ਵਸਤੂ ਨਹੀਂ ਹੈ। ਮਨੁੱਖ ਯਤਨ ਕਰਕੇ ਮਿਹਨਤ ਕਰਕੇ ਧਨ ਵੀ ਪ੍ਰਾਪਤ ਕਰ ਸਕਦਾ ਹੈ ਤੇ ਸੁੰਦਰਤਾ ਵੀ ਹਾਸਲ ਕਰ ਸਕਦਾ ਹੈ। ਨਚ ਦੁਰਲਭੰ ਸਵਰਗ ਰਾਜ ਨੇ, ਇੱਥੋਂ ਤੱਕ ਸਵਰਗ ਦਾ ਰਾਜ ਪ੍ਰਾਪਤ ਕਰਨਾ ਭਾਵੇਂ ਔਖਾ ਜ਼ਰੂਰ ਹੈ, ਪਰ ਸਤਿਗੁਰੂ ਕਹਿੰਦੇ ਇਹ ਵੀ ਦੁਰਲਭ ਨਹੀਂ ਹੈ। ਪੁਰਾਣੇ ਰਾਜੇ ਮਹਾਰਾਜੇ ਹੁੰਦੇ ਸਨ ਤੇ ਉਹਨਾਂ ਨੇ ਇੱਕ ਐਸਾ ਅਸੂਲ ਬਣਾਇਆ ਹੋਇਆ ਸੀ। ਉਹ ਕਹਿੰਦੇ ਵੀ ਜੇ ਕਿਸੇ ਨੇ ਸਵਰਗ ਦਾ ਰਾਜ ਲੈਣਾ ਹੋਵੇ ਉਹਨੂੰ 100 ਅਸਵਮੇਧ ਜਗ ਕਰਨੇ ਪੈਂਦੇ ਸਨ। ਜਿਹੜਾ 100 ਅਸਵਮੇਧ ਜਗ ਕਰੇ ਉਹਨੂੰ ਇੰਦਰ ਦੀ ਪਦਵੀ ਪ੍ਰਾਪਤ ਹੋ ਜਾਂਦੀ ਸੀ, ਉਹ ਸਵਰਗ ਦਾ ਰਾਜਾ ਬਣ ਜਾਂਦਾ ਸੀ। ਉਹ ਤੇ ਕੋਈ ਵੀ ਕਰ ਸਕਦਾ ਸੀ। ਇਸੇ ਲਈ ਹਜੂਰ ਕਹਿੰਦੇ ਨੇ ਨਚ ਦੁਰਲਭੰ ਸਵਰਗ ਰਾਜ ਨੇ, ਸਵਰਗ ਦਾ ਰਾਜ ਵੀ ਕੋਈ ਬਹੁਤ ਹੀ ਦੁਰਲਭ ਵਸਤੂ ਨਹੀਂ ਹੈ। ਨਾਚ ਦੁਰਲਭੰ ਭੋਜਨੰ ਵਿੰਜਨੰ ਨਾਚ ਦੁਰਲਭੰ ਸਵਸ਼ ਅੰਬਰ ਹੈ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਆ ਜਿਹੜੇ ਭੋਜਨ ਛਕਣ ਵਾਲੇ ਪਦਾਰਥ ਨੇ, ਜਿਹੜੇ ਆਪਾਂ ਲੰਗਰ ਪਾਣੀ ਦੇ ਵਿੱਚ ਉਹਨੂੰ ਭੋਜਨ ਕਹਿੰਦੇ ਨੇ। ਵਿਅੰਜਨ ਕਹਿੰਦੇ ਨੇ ਪਕਵਾਨ ਨੂੰ। ਖਾਸ ਮੌਕਿਆਂ 'ਤੇ ਜਿਹੜੇ ਆਪਾਂ ਭੋਜਨ ਤਿਆਰ ਕਰਦੇ ਹਾਂ, ਵਿਆਹ ਦੇ ਸਮੇਂ, ਖੁਸ਼ੀ ਦੇ ਸਮੇਂ, ਜਿਹਦੇ ਵਿੱਚ ਮਠਿਆਈਆਂ ਵੀ ਸ਼ਾਮਲ ਹੁੰਦੀਆਂ ਨੇ, ਉਹਨਾਂ ਨੂੰ ਵਿਅੰਜਨ ਕਹਿੰਦੇ ਨੇ। ਨਚ ਦੁਰਲਭੰ ਭੋਜਨੰ ਵਿਅੰਜਨੰ, ਅਨੇਕਾਂ ਤਰ੍ਹਾਂ ਦੇ ਭੋਜਨ ਤੇ ਵਿਅੰਜਨ ਜਿਹੜੇ ਪਕਵਾਨ ਨੇ ਉਹ ਵੀ ਦੁਰਲਭ ਨਹੀਂ ਹਨ। ਮਾਇਆ ਚਾਹੀਦੀ, ਮਾਇਆ ਦੇ ਨਾਲ ਸਭ ਕੁਝ ਖਰੀਦਿਆ ਜਾ ਸਕਦਾ। ਨਚ ਦੁਰਲਭੰ ਸਵਸ਼ ਅੰਬਰ ਹੈ। ਸਵਸ਼ ਅੰਬਰ ਜਿਹੜੇ ਰੇਸ਼ਮੀ ਪਸ਼ਮੀਨੇ ਦੇ ਬਸਤਰ ਨੇ, ਭਾਵੇਂ ਬੜੇ ਕੀਮਤੀ ਹੁੰਦੇ ਨੇ ਪਰ ਉਹ ਵੀ ਦੁਰਲਭ ਨਹੀਂ ਹਨ। ਮਾਇਆ ਦੇ ਨਾਲ ਆਦਮੀ ਕੁਝ ਵੀ ਖਰੀਦ ਸਕਦਾ ਹੈ। ਜਿਹੜੀ ਚੀਜ਼ ਮਾਇਆ ਨਾਲ ਖਰੀਦੀ ਜਾ ਸਕੇ ਉਹਨੂੰ ਸਤਿਗੁਰੂ ਦੁਰਲਭ ਨਹੀਂ ਮੰਨਦੇ। ਨਾਚ ਦੁਰਲਭੰ ਪੁੱਤ ਮਿੱਤਰ ਭਰਾਤ ਬਾਂਧਵ ਨਾਚ ਦੁਰਲਭੰ ਬਣਤਾ ਬਿਲਾਸ ਹੈ। ਆਹ ਵੀ ਚੀਜ਼ਾਂ ਦੁਰਲਭ ਨਹੀਂ ਹਨ। ਪੁੱਤਰ ਮਿੱਤਰ ਦੋਸਤ ਤੇ ਭਰਾ ਬਾਂਧਵ ਸੰਬੰਧੀ ਇਹ ਵੀ ਦੁਰਲਭ ਨਹੀਂ ਹਨ। ਇਹ ਤੇ ਅਕਸਰ ਮਿਲ ਹੀ ਜਾਂਦੇ ਨੇ। ਇਹ ਗੱਲ ਵੱਖਰੀ ਆ ਵੀ ਕਈਆਂ ਦੇ ਸੰਤਾਨ ਨਹੀਂ ਹੁੰਦੀ, ਪਰ ਫਿਰ ਉਹ ਕਈ ਯਤਨ ਕਰਦੇ ਨੇ ਤੇ ਉਹਨਾਂ ਨੂੰ ਹਾਸਲ ਹੋ ਵੀ ਜਾਂਦੀ ਹੈ। ਪਰ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਪੁੱਤਰ ਮਿੱਤਰ ਭਰਾ ਸੰਬੰਧੀ ਲੱਭਣੇ ਕੋਈ ਔਖੇ ਨਹੀਂ, ਲੱਭ ਜਾਂਦੇ ਨੇ। ਨਚ ਦੁਰਲਭੰ ਬਣਤਾ ਬਿਲਾਸ ਹੈ। ਬਣਤਾ ਇਸਤਰੀ ਦੇ ਜਿਹੜੇ ਬਿਲਾਸ ਕਲੋਲ ਨੇ, ਕੌਤਕ ਨੇ, ਤੇ ਇਹ ਵੀ ਕੋਈ ਦੁਰਲਭ ਵਸਤੂ ਨਹੀਂ ਹੈ। ਇਹ ਵੀ ਬਹੁਤਿਆਂ ਨੂੰ ਸੁਖੇਨ ਲੱਭ ਜਾਂਦੇ ਹਨ। ਨਾਚ ਦੁਰਲਭੰ ਵਿਦਿਆ ਪ੍ਰਬੀਣੰ ਨਾਚ ਦੁਰਲਭੰ ਚਤਰ ਚੰਚਲ ਹੈ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਵਿਦਿਆ ਵਿੱਚ ਪ੍ਰਬੀਣ ਹੋਣਾ, ਵਿਦਿਆ ਵਿੱਚ ਨਿਪੁੰਨ ਹੋਣਾ, ਬਹੁਤ ਵਿਦਵਾਨ ਤੇ ਹਾਜ਼ਰ ਜਵਾਬ ਤੇ ਸਟੇਜ ਦੇ ਸ਼ਿੰਗਾਰ ਹੋਣਾ, ਇਹ ਵੀ ਕੋਈ ਦੁਰਲਭ ਵਸਤੂ ਨਹੀਂ ਹੈ। ਨਚ ਦੁਰਲਭੰ ਚਤਰ ਚੰਚਲ ਹੈ। ਤੇ ਚਤਰ ਹੋਣਾ, ਗੱਲਬਾਤ ਵਿੱਚ ਮਾਹਰ ਹੋਣਾ, ਤੇ ਚੰਚਲ ਹੈ ਚੁਸਤ ਚਲਾਕ ਹੋਣਾ, ਸਰੀਰ ਵਿੱਚ ਚੁਸਤੀ ਫੁਰਤੀ ਹੋਣੀ, ਇਹ ਵੀ ਗੁਣੀ ਹੈ ਨਾ। ਇਹ ਵੀ ਕੋਈ ਦੁਰਲਭ ਵਸਤੂਆਂ ਨਹੀਂ ਹਨ। ਦੁਰਲਭੰ ਏਕ ਭਗਵਾਨ ਨਾਮ ਹੈ ਨਾਨਕ ਲਬਦਿਅੰ ਸਾਧ ਸੰਗ ਕਿਰਪਾ ਪ੍ਰਭੰ। ਅਸਲੀ ਜਿਹੜੀ ਦੁਰਲਭ ਵਸਤੂ, ਦੁਰਲਭ ਦਾ ਅਰਥ ਹੈ ਜਿਹੜੀ ਸਭ ਤੋਂ ਔਖੀ ਲੱਭਣ ਵਾਲੀ ਇੱਕੋ ਹੀ ਚੀਜ਼ ਹੈ। ਸਤਿਗੁਰੂ ਕਹਿੰਦੇ ਨੇ ਦੁਰਲਭੰ ਏਕ ਭਗਵਾਨ ਨਾਮ ਹੈ, ਜਿਹੜਾ ਪਰਮੇਸ਼ਰ ਦਾ ਨਾਮ ਪ੍ਰਾਪਤ ਕਰਨਾ ਸਭ ਤੋਂ ਦੁਰਲਭ ਵਸਤੂ ਹੈ, ਸਭ ਤੋਂ ਅਮੋਲਕ ਵਸਤੂ ਹੈ, ਸਭ ਤੋਂ ਔਖੀ ਲੱਭਣ ਵਾਲੀ ਵਸਤੂ ਹੈ। ਤੇ ਇਹ ਨਾਮ ਕਿਵੇਂ ਲੱਭਦਾ ਹੈ? ਨਾਨਕ ਲਬਦਿਉ ਸਾਧ ਸੰਗ ਕਿਰਪਾ ਪ੍ਰਭੰ। ਜੇ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ, ਸਾਧ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਆਉਣਾ ਪੈਂਦਾ। ਉੱਥੇ ਆ ਕੇ ਗੁਰੂ ਦੀ ਸਿੱਖੀ ਤੇ ਸਿੱਖਿਆ ਨੂੰ ਧਾਰਨ ਕਰਨਾ ਪੈਂਦਾ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਬਾਣੀ ਤੇ ਬਾਣੀ ਦੀ ਰਹਿਤ ਵਿੱਚ ਪਰਪੱਕ ਹੋਣਾ ਪੈਂਦਾ ਤੇ ਨਾਲ ਵਾਹਿਗੁਰੂ ਦਾ ਸਿਮਰਨ ਵੀ ਕਰਨਾ ਪੈਂਦਾ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਲੱਭਦਿਆਂ ਫਿਰ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਬਾਕੀ ਜਿਹੜੀਆਂ ਪਿੱਛੇ ਚੀਜ਼ਾਂ ਗਿਣੀਆਂ ਨੇ ਉਹ ਦੁਰਲਭ ਇਸ ਵਾਸਤੇ ਨਹੀਂ
ਮਾਇਆਧਾਰੀ ਆਦਮੀ ਯਤਨ ਦੇ ਨਾਲ ਉਹਨਾਂ ਨੂੰ ਸੌਖਾ ਪ੍ਰਾਪਤ ਕਰ ਲੈਂਦਾ, ਪਰ ਪਰਮੇਸ਼ਰ ਦਾ ਨਾਮ ਬੜੇ ਬੜੇ ਮਾਇਆਧਾਰੀ ਰਾਜਿਆਂ ਨੂੰ ਵੀ ਪ੍ਰਾਪਤ ਕਰਨਾ ਦੁਰਲੱਭ ਹੋ ਜਾਂਦਾ। ਕੋਈ ਸ਼ਾਹੂਕਾਰ ਸੀ, ਭਗਤ ਕਬੀਰ ਜੀ ਨੂੰ ਪੁੱਛਣ ਲੱਗਿਆ, ਭਗਤ ਜੀ ਮੇਰੇ ਕੋਲੇ ਬੜੇ ਬੜੇ ਮਾਇਆ ਦੇ ਅੰਬਾਰ ਨੇ, ਪਰ ਮੇਰੀ ਕੋਈ ਇੰਨੀ ਇੱਜ਼ਤ ਨਹੀਂ ਕਰਦਾ, ਤੇ ਤੁਹਾਨੂੰ ਧੰਨ ਕਬੀਰ ਸਾਰੀ ਦੁਨੀਆ ਆਖਦੀ, ਇਹਦਾ ਕੀ ਕਾਰਨ ਹੈ? ਭਗਤ ਜੀ ਕਹਿਣ ਲੱਗੇ, ਨਾਮ ਦਾ ਪ੍ਰਤਾਪ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਕਹਿੰਦਾ ਫਿਰ ਮਹਾਰਾਜ ਉਹ ਨਾਮ ਮੈਨੂੰ ਵੀ ਦੇ ਦਿਓ। ਭਗਤ ਜੀ ਕਹਿੰਦੇ ਉਹ ਨਾਮ ਐਵੇਂ ਨਹੀਂ ਮਿਲਦਾ, ਨਾਮ ਲੈਣ ਵਾਸਤੇ ਵੀ ਕੋਈ ਨਾ ਕੋਈ ਮੁੱਲ ਚੁਕਾਉਣਾ ਪੈਂਦਾ। ਉਹ ਕਹਿੰਦੇ ਦੱਸੋ ਜੀ ਕੀ ਚਾਹੀਦਾ? ਘਰ ਗਿਆ, ਸੋਨੇ ਦੀਆਂ ਮੋਹਰਾਂ ਦਾ ਥਾਲ ਭਰ ਕੇ ਲੈ ਆਏ। ਕਹਿੰਦਾ ਲਓ ਜੀ, ਆਹ ਲਓ ਨਾਮ ਦੀ ਭੇਟਾ, ਤੇ ਹੁਣ ਨਾਮ ਮੈਨੂੰ ਦੇ ਦਿਓ। ਤਾਂ ਭਗਤ ਕਬੀਰ ਜੀ ਨੇ ਉਸ ਵੇਲੇ ਇਹ ਪਵਿੱਤਰ ਬਚਨ ਉਚਾਰਨ ਕੀਤਾ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਸੋਨੇ ਬਦਲੇ ਨਾਮ ਨਹੀਂ ਮਿਲੇਗਾ, ਮਨ ਦੇਣਾ ਪੈਂਦਾ। ਗੁਰੂ ਨੂੰ ਮਨ ਭੇਟਾ ਕਰੋ, ਫਿਰ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਤੇ ਮਨ ਅਸੀਂ ਦੇ ਨਹੀਂ ਸਕਦੇ। ਹੁਣ ਗੁਰੂ ਦਾ ਹੁਕਮ ਹੈ ਨਾ, ਤਨ ਮਨ ਧਨ ਸਭ ਸੌਂਪ ਗੁਰ ਕੋ। ਆਪਣਾ ਤਨ ਵੀ ਤੇ ਮਨ ਵੀ ਤੇ ਧਨ ਗੁਰੂ ਨੂੰ ਸੌਂਪ ਦਿਓ। ਅਸੀਂ ਗੁਰੂ ਨੂੰ ਧਨ ਵੀ ਥੋੜ੍ਹਾ ਬਹੁਤ ਭੇਟ ਕਰਦੇ ਨੇ, ਮਾਇਆ ਭੇਟਾ ਕਰਦੇ ਹੀ ਆ ਨਾ, ਤੇ ਤਨ ਵੀ ਭੇਟ ਕਰ ਦਿੰਦੇ ਹਾਂ, ਮੱਥਾ ਟੇਕੀ ਦਿੰਦੇ ਆਪਾਂ ਸਾਰੇ। ਤਨ ਤੇ ਤਨ ਦੋ ਚੀਜ਼ਾਂ ਆਪਾਂ ਗੁਰੂ ਅੱਗੇ ਇੱਕ ਵਾਰ ਭੇਟ ਕਰ ਦਿੰਦੇ ਹਾਂ, ਪਰ ਮਨ ਨਹੀਂ ਕੋਈ ਭੇਟਾ ਕਰਦਾ। ਮਨ ਅਸੀਂ ਆਪਦੇ ਕੋਲ ਹੀ ਰੱਖਦੇ ਹਾਂ। ਇਸੇ ਕਰਕੇ ਅਸੀਂ ਗੁਰੂ ਦੀ ਦਾਤ ਤੋਂ ਵਾਂਝੇ ਰਹਿ ਜਾਂਦੇ ਹਾਂ। ਹਜ਼ੂਰ ਕਹਿੰਦੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਵੀ ਉਹ ਸਾਧ ਸੰਗਤ ਵਿੱਚ ਆ ਕੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਜਾਤ ਕਤਹਿ ਤਤਹਿ ਦ੍ਰਿਸ਼ਟੰ, ਸਵਰਗ ਮਰਤ ਭਿਆਲ ਲੋਕਹਿ। ਇਹ ਜਿਹੜੇ ਲਫ਼ਜ਼ ਨੇ ਨਾ, ਜਾਤ ਕਤਹਿ ਤਤਹਿ, ਜਾਤ ਦਾ ਅਰਥ ਹੁੰਦਾ ਜਿੱਥੇ, ਤੇ ਕਤਹਿ ਦਾ ਅਰਥ ਹੁੰਦਾ ਕਿੱਥੇ, ਤਤਹਿ ਦਾ ਅਰਥ ਹੁੰਦਾ ਉੱਥੇ। ਜਿੱਥੇ ਕਿੱਥੇ ਉੱਥੇ, ਇਹਦਾ ਭਾਵ ਕੀ ਹੋਇਆ? ਹਰ ਥਾਂ। ਦ੍ਰਿਸ਼ਟੰ, ਰੱਬ ਦੇ ਪਿਆਰਿਆਂ ਨੂੰ ਪਰਮੇਸ਼ਰ ਦਿਖਾਈ ਦਿੰਦਾ। ਕਿੱਥੇ ਕਿੱਥੇ? ਸਵਰਗ ਮਰਤ ਭਿਆਲ ਲੋਕ ਹੈ, ਸਵਰਗ ਦੇ ਵਿੱਚ ਵੀ, ਮਰਤ ਮਾਤ ਲੋਕ ਦੇ ਵਿੱਚ ਵੀ, ਤੇ ਭਿਆਲ ਲੋਕ ਹੈ ਜਿਹੜਾ ਪਤਾਲ ਲੋਕ ਹੈ ਹੇਠਲੇ ਪਾਸੇ। ਸੱਤ ਆਕਾਸ਼ ਸੱਤ ਪਾਤਾਲ ਮੰਨੇ ਨੇ, ਉਹਨਾਂ ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਤੇ ਉਹਨਾਂ ਗੁਰਮੁਖਾਂ ਨੂੰ ਦਿਖਾਈ ਦਿੰਦਾ ਹੈ। ਸਰਬਤਰ ਰਮਣੰ ਗੋਬਿੰਦ ਹੈ, ਨਾਨਕ ਲੇਪ ਛੇਪ ਨਾ ਲਿਪਿਤੇ। ਸਰਬਤਰ ਰਮਣੰ ਗੋਬਿੰਦ ਹੈ, ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਅਕਾਲ ਪੁਰਖ ਵਾਹਿਗੁਰੂ ਸਰਬਤਰ ਰਮਣ, ਉਹ ਸਰਵ ਵਿਆਪਕ ਹੈ। ਕਿ ਸਰਬਤਰ ਦੇਸ ਹੈ, ਕਿ ਸਰਬਤਰ ਭੇਸ ਹੈ, ਕਿ ਸਰਬਤਰ ਕਲ ਹੈ, ਕਿ ਸਰਬਤਰ ਪਲ ਹੈ। ਜਮੀ ਤੂੰ ਹੀ, ਜਮਾਂ ਤੂੰ ਹੀ, ਮਕੀ ਤੂੰ ਹੀ, ਮਕਾਨ ਤੂੰ ਹੀ, ਘਟ ਘਟ ਮੈਂ ਹਰ ਜੋ ਬਸੈ। ਕੋਈ ਇਹੋ ਜਿਹੀ ਥਾਂ ਨਹੀਂ ਜਿੱਥੇ ਵਾਹਿਗੁਰੂ ਨਾ ਹੋਵੇ। ਸਰਬਤਰ ਰਮਣੰ ਗੋਬਿੰਦ ਹੈ, ਉਹ ਵਾਹਿਗੁਰੂ ਸਰਵ ਵਿਆਪਕ ਹੈ। ਤੇ ਹਜ਼ੂਰ ਕਹਿੰਦੇ ਫਿਰ ਉਹ ਵਾਹਿਗੁਰੂ ਵਿੱਚ ਇਹ ਖੂਬੀ ਹੈ, ਰਹਿੰਦਾ ਸਾਰਿਆਂ ਦੇ ਵਿੱਚ ਹੀ ਹੈ। ਨਾਨਕ ਲੇਪ ਛੇਪ ਨਾ ਲਿਪਿਆ, ਤੇ ਫਿਰ ਉਹ ਕਿਸੇ ਲੇਪ ਛੇਪ ਦੇ ਨਾਲ ਨਾ ਲਿਪਿਆ, ਤੇ ਉਹ ਕਦੀ ਲਪਾਏ ਮਨ ਨਹੀਂ ਹੁੰਦਾ। ਭਾਵ ਉਹਨੂੰ ਕੋਈ ਨਿੰਦਾ ਉਸ ਦਾ, ਪੁੰਨ ਪਾਪ ਦਾ, ਗੁਣਾ ਔਗੁਣਾ ਦਾ ਕੋਈ ਦੋਸ਼ ਉਹਦੇ ਉੱਤੇ ਨਹੀਂ ਲੱਗਦਾ। ਰਹਿੰਦਾ ਸਾਰਿਆਂ ਵਿੱਚ ਹੀ ਹੈ, ਪਰ ਉਹ ਸਭ ਲੇਪ ਛੇਪ ਤੋਂ ਨਿਰਲੇਪ ਰਹਿੰਦਾ ਹੈ। ਵਿਖਿਆ ਭਿਅੰਤ ਅੰਮ੍ਰਿਤੰ, ਦ੍ਰਿਸ਼ਟਾਂ ਸੁਖਾ ਸੁਵਜਨ ਹੈ। ਅਖੀਰਲੀ ਪੰਕਤੀ ਤੋਂ ਆਪਾਂ ਅਰਥ ਸ਼ੁਰੂ ਕਰਾਂਗੇ। ਥਾਨ ਬਿਹੂਨ ਵਿਸਰਾਮ ਨਾਮਨ, ਨਾਨਕ ਕਿਰਪਾਲ ਹਰ ਹਰ ਗੁਰੂ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਤੇ ਪਾਰ ਬ੍ਰਹਮ ਪਰਮੇਸ਼ਰ ਤੇ ਉਸ ਦਾ ਸਰੂਪ ਗੁਰੂ ਪਰਮੇਸ਼ਰ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਿਨ੍ਹਾਂ ਤੇ ਪਾਰ ਬ੍ਰਹਮ ਪਰਮੇਸ਼ਰ ਤੇ ਗੁਰੂ ਪਰਮੇਸ਼ਰ ਮਿਹਰਬਾਨ ਹੁੰਦਾ ਹੈ, ਫਿਰ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ। ਵਿਖਿਆ ਭਿਅੰਤ ਅੰਮ੍ਰਿਤ,
ਵਿਖਿਆ ਤੋਂ ਭਾਵ ਹੈ ਜ਼ਹਿਰ, ਉਹਨਾਂ ਲਈ ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ। ਜਿਨ੍ਹਾਂ 'ਤੇ ਗੁਰੂ ਪਰਮੇਸ਼ਰ ਦੀ ਪ੍ਰਸੰਨਤਾ ਹੁੰਦੀ ਹੈ, ਜੇ ਭੁਲੇਖੇ ਦੇ ਨਾਲ ਉਹਨਾਂ ਨੂੰ ਕੋਈ ਜ਼ਹਿਰ ਵੀ ਦੇ ਦੇਵੇ ਖਾਣ ਲਈ, ਉਹ ਵੀ ਅੰਮ੍ਰਿਤ ਬਣ ਜਾਂਦੀ, ਉਹਨਾਂ 'ਤੇ ਮਾਰੂ ਅਸਰ ਨਹੀਂ ਕਰਦੀ। ਕਈ ਐਸੀਆਂ ਉਦਾਹਰਨਾਂ ਸਾਡੇ ਸਮਾਜ ਵਿੱਚ ਮਿਲਦੀਆਂ ਨੇ। ਸੰਤ ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖ ਹੋਏ ਨੇ, ਵੱਡੇ ਮਹਾਂਪੁਰਖ ਉਹਨਾਂ ਦੀ ਇਹ ਉਦਾਹਰਨ ਦਿੰਦੇ ਸਨ। ਉਹਨਾਂ ਦਾ ਕੋਈ ਸੇਵਾਦਾਰ, ਉਹਦੇ ਮਨ ਦੇ ਵਿੱਚ ਇਹ ਇੱਛਾ ਜਾਗ ਪਈ ਵੀ ਮੈਂ ਇਹਨਾਂ ਦੀ ਥਾਂ 'ਤੇ ਡੇਰੇ ਦਾ ਮਹੰਤ ਬਣ ਜਾਵਾਂ, ਮਾਲਕ ਬਣ ਜਾਵਾਂ। ਫਿਰ ਉਹਨੇ ਸੋਚਿਆ ਵੀ ਹੁਣ ਲੰਗਰ ਪਾਣੀ ਜਲ ਪਾਣੀ ਦੀ ਸੇਵਾ ਤਾਂ ਮੈਂ ਹੀ ਕਰਦਾ। ਜਦੋਂ ਬੰਦੇ ਦੇ ਮਨ ਦੇ ਵਿੱਚ ਲੋਭ ਆ ਜਾਂਦਾ ਨਾ, ਫਿਰ ਉਹ ਕੋਈ ਵੀ ਪਾਪ ਕਰਨ ਲਈ ਤਿਆਰ ਹੋ ਜਾਂਦਾ। ਹੁਣ ਇਹਦੇ ਮਨ ਦੇ ਵਿੱਚ ਡੇਰੇ ਦੀ ਮਹੰਤੀ ਦਾ ਲੋਭ ਪੈਦਾ ਹੋ ਗਿਆ। ਫਿਰ ਇਸ ਨੇ ਦੁੱਧ ਵਿੱਚ ਜ਼ਹਿਰ ਘੋਲ ਕੇ ਪਿਆਈ। ਹੁਣ ਸੇਵਾਦਾਰ ਸੀ, ਜਦੋਂ ਪਹਿਲੀ ਵਾਰੀ ਲੈ ਕੇ ਗਿਆ ਤੇ ਮਹਾਂਪੁਰਖ ਕਹਿਣ ਲੱਗੇ, ਗੁਰਮੁਖਾ ਚੱਲ ਲੈ ਆਇਆ, ਲਿਆ ਫਿਰ ਛਕ ਲੈਨੇ। ਵਾਹਿਗੁਰੂ ਕਿਹਾ ਤੇ ਉਹ ਦੁੱਧ ਛਕ ਲਿਆ, ਕੋਈ ਅਸਰ ਨਹੀਂ ਹੋਇਆ। ਉਹ ਸੇਵਾਦਾਰ ਦਾ ਮਨ ਇੰਨਾ ਕਠੋਰ ਸੀ, ਉਹ ਇਸ ਗੱਲ ਨੂੰ ਦੇਖ ਕੇ ਸਮਝਿਆ ਨਹੀਂ। ਕੁਛ ਦਿਨ ਲੰਘੇ, ਕਹਿੰਦਾ ਫਿਰ ਟਰਾਈ ਕਰਕੇ ਵੇਖਦੀ ਹਾਂ। ਫਿਰ ਦੁਬਾਰਾ ਜ਼ਹਿਰ ਪਾ ਦਿੱਤੀ। ਜਦੋਂ ਦੁਬਾਰਾ ਜ਼ਹਿਰ ਪਾਈ, ਫਿਰ ਉਹਨਾਂ ਨੇ ਵਾਹਿਗੁਰੂ ਕਹਿ ਕੇ ਰੱਬ ਦਾ ਨਾਂ ਲੈ ਕੇ ਦੁੱਧ ਛਕ ਲਿਆ, ਤੇ ਪਰ ਕੋਈ ਅਸਰ ਨਹੀਂ ਹੋਇਆ। ਫਿਰ ਵੀ ਨਹੀਂ ਟਲਿਆ। ਫਿਰ ਤੀਜੀ ਵਾਰ ਜ਼ਹਿਰ ਪਾ ਕੇ ਲਿਆਇਆ ਦੁੱਧ, ਤੇ ਮਹਾਂਪੁਰਖ ਕਹਿਣ ਲੱਗੇ, ਲੈ ਹੁਣ ਗੁਰਮੁਖਾ ਤੇਰੀ ਇੱਛਾ ਹੀ ਪੂਰੀ ਕਰ ਦਿੰਦੇ ਹਾਂ। ਤੀਜੀ ਵਾਰ ਜਦੋਂ ਉਹਨਾਂ ਨੇ ਦੁੱਧ ਪੀਤਾ ਤੇ ਉਹਦੇ ਨਾਲ ਸਰੀਰ ਢਿੱਲਾ ਹੋ ਗਿਆ, ਤੇ ਚੜ੍ਹਾਈ ਕਰਕੇ ਉਹਦੀ ਇੱਛਾ ਪੂਰੀ ਕਰ ਦਿੱਤੀ। ਕਿਉਂਕਿ ਸੇਵਾ ਦਾ ਫਲ ਉਹ ਤੇ ਉਹਨੂੰ ਮਿਲਣਾ ਹੀ ਮਿਲਣਾ ਸੀ। ਚਾਹੇ ਕਿਸੇ ਵੀ ਭਾਵਨਾ ਦੇ ਨਾਲ ਕੋਈ ਸੇਵਾ ਕਰਦਾ, ਉਹਦਾ ਫਲ ਤੇ ਪਰਮੇਸ਼ਰ ਦਿੰਦਾ ਹੀ ਦਿੰਦਾ। ਪਹਿਲਾਂ 2 ਵਾਰੀ ਜ਼ਹਿਰ ਦਾ ਕੋਈ ਅਸਰ ਨਹੀਂ ਹੋਇਆ। ਦੂਜੇ ਸੇਵਾਦਾਰਾਂ ਨੇ ਪੁੱਛਿਆ ਵੀ ਮਹਾਰਾਜ ਜੀ ਨੇ 2 ਵਾਰੀ ਪਹਿਲਾਂ ਵੀ ਤੁਹਾਨੂੰ ਜ਼ਹਿਰ ਦਿੱਤੀ ਸੀ, ਉਦੋਂ ਕੁਝ ਨਹੀਂ ਹੋਇਆ, ਤੇ ਹੁਣ ਕੀ ਗੱਲ ਹੋ ਗਈ? ਕਹਿੰਦੇ ਉਦੋਂ ਅਸੀਂ ਉਸ ਜ਼ਹਿਰ ਨੂੰ ਅੰਮ੍ਰਿਤ ਸਮਝ ਕੇ ਛਕਿਆ ਸੀ, ਹੁਣ ਜ਼ਹਿਰ ਨੂੰ ਜ਼ਹਿਰ ਸਮਝ ਕੇ ਖਾਧਾ, ਇਸ ਲਈ ਤਾਂ ਹੁਣ ਸਾਡੇ 'ਤੇ ਅਸਰ ਪ੍ਰਤੱਖ ਦਿਖਾਈ ਦੇਣ ਲੱਗਿਆ। ਇਹ ਤਾਂ ਭਾਵਨਾ ਦੀ ਤੇ ਸੋਚ ਦੀ ਫਰਕ ਹੈ। ਜਦੋਂ ਗੁਰੂ ਪਰਮੇਸ਼ਰ ਦੀ ਪ੍ਰਸੰਨਤਾ ਹੁੰਦੀ ਹੈ, ਤੇ ਫਿਰ ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ। ਇਸੇ ਤਰ੍ਹਾਂ ਵੀ ਆਹ ਜਿਹੜੇ ਵਿਸ਼ੇ ਨੇ, ਇਹ ਵੀ ਜ਼ਹਿਰ ਹੀ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ। ਪਰ ਜਦੋਂ ਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਤੇ ਫਿਰ ਇਹ ਵੀ ਅੰਮ੍ਰਿਤ ਬਣ ਜਾਂਦੇ ਨੇ। ਵਿਸ਼ੇ ਸਾਨੂੰ ਤੰਗ ਨਹੀਂ ਕਰਦੇ, ਬਲਕਿ ਸੇਵਾਦਾਰ ਬਣ ਕੇ ਤੇ ਸਾਡੇ ਜੀਵਨ ਨੂੰ ਸੁੱਖ ਪ੍ਰਦਾਨ ਕਰਦੇ ਹਨ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਹਨ ਵੀ ਇਸ ਢੰਗ ਦੇ ਨਾਲ ਜਿਨ੍ਹਾਂ 'ਤੇ ਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਦੁਸ਼ਟਾਂ ਸਖਾ ਸੁਹਜਨ। ਜਿਹੜੇ ਦੁਸ਼ਟ ਆਦਮੀ ਨੇ, ਵੈਰੀ ਨੇ, ਸਾਡੇ ਜਾਨੀ ਦੁਸ਼ਮਣ ਨੇ, ਤੇ ਜਦੋਂ ਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਉਹ ਵੀ ਸਖਾ ਪਿਆਰ ਕਰਨ ਵਾਲੇ ਸੁਹਜਨ ਹੈ। ਵੀ ਸ੍ਰੇਸ਼ਟ ਜਨ ਉਹ ਸਾਡੇ ਮਿੱਤਰ ਦੋਸਤ ਤੇ ਬੜੇ ਸਾਡੇ ਹਮਦਰਦ ਬਣ ਜਾਂਦੇ ਹਨ। ਦੁਖੰ ਭਯੰਤ ਸੁਖਯੰ ਭੈ ਭੀਤੰ ਤਾ ਨਿਰਭੈ ਹੈ। ਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ, ਦੁਖੰ ਭਯੰਤ ਸੁਖਯੰ, ਦੁੱਖ ਵੀ ਸੁਖ ਬਣ ਜਾਂਦੇ ਨੇ। ਜਿਹੜੇ ਸੰਸਾਰਕ ਦੁੱਖ ਨੇ, ਅਸੀਂ ਉਹਨਾਂ ਨੂੰ ਦੁੱਖ ਮੰਨਦੇ ਹਾਂ, ਪਰ ਪਰਮੇਸ਼ਰ ਦੇ ਪਿਆਰੇ ਦੁੱਖ ਵਿੱਚ ਸੁਖ ਮਨਾਈ, ਉਹ ਦੁੱਖ ਨੂੰ ਵੀ ਸੁਖ ਸਮਝਦੇ ਨੇ। ਦੁੱਖ ਤੇ ਸੁੱਖ ਨੂੰ ਇੱਕ ਸਮਾਨ ਸਮਝਦੇ ਨੇ। ਭੈ ਭੀਤੰ ਤਾਂ ਨਿਰਭਵ ਹੈ, ਨਿਰਭੈ ਹੈ। ਜਿਹੜੇ ਭੈ ਕਰਕੇ ਅਸੀਂ ਹਮੇਸ਼ਾ ਡਰ ਦੇ ਨਾਲ ਸਹਿਮੇ ਰਹਿੰਦੇ ਹਾਂ, ਡਰਦੇ ਰਹਿੰਦੇ ਹਾਂ, ਤੇ ਫਿਰ ਜਦੋਂ ਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਜਿਹੜੇ ਅੰਦਰੂਨੀ ਤੇ ਬੈਰੂਨੀ ਸਾਡੇ 2 ਕਿਸਮ ਦੇ ਦੁਸ਼ਮਣ ਨੇ, ਤੇ ਉਹਨਾਂ ਦੇ ਡਰ ਨਾਲ ਅਸੀਂ ਪਹਿਲਾਂ ਡਰਦੇ ਹਾਂ, ਫਿਰ ਨਿਰਭੈ ਅਸੀਂ ਉਹਨਾਂ ਤੋਂ ਨਿਡਰ ਹੋ ਜਾਂਦੇ ਹਾਂ। ਥਾਨ ਬਿਹੂਨ ਬਿਸਰਾਮ ਨਾਮੰ
ਨਾਨਕ ਕਿਰਪਾਲ ਹਰ ਹਰ ਗੁਰ ਗਰੀਬ ਹੈ। ਨਿਵਾਸ ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਗੁਰੂ ਪਰਮੇਸ਼ਰ ਜੀ ਮਿਹਰਬਾਨ ਹੁੰਦੇ ਨੇ ਨਾ, ਉਹਨਾਂ ਨੂੰ ਫਿਰ ਇਹ ਦਾਤਾਂ ਪ੍ਰਾਪਤ ਹੁੰਦੀਆਂ ਨੇ। ਥਾਨ ਵਿਹੂਣ ਵਿਸਰਾਮ ਨਾਮ, ਜਿਹੜੇ ਥਾਨ ਤੋਂ ਵਿਹੂਣੇ ਫਿਰਦੇ ਨੇ, ਭਾਵ ਉਹਨਾਂ ਨੂੰ ਰਹਿਣ ਲਈ ਕੋਈ ਥਾਂ ਨਹੀਂ ਮਿਲਦੀ। ਵਿਸਰਾਮ ਨਾਮੰ, ਫਿਰ ਉਹਨਾਂ ਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜ ਜਾਂਦਾ। ਤੇ ਜਦੋਂ ਨਾਮ ਦੇ ਵਿੱਚ ਮਨ ਜੁੜ ਜਾਂਦਾ ਹੈ, ਨਾਮ ਦੇ ਵਿੱਚ ਮਨ ਟਿਕ ਜਾਂਦਾ ਹੈ, ਤੇ ਫਿਰ ਉਹਨਾਂ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਹੋ ਜਾਂਦੀ ਹੈ। ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨ ਹੈ। ਗਰੀਬ ਨਿਵਾਸ ਸਤਿਗੁਰੂ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ ਹਨ। ਸਰਬ ਸੀਲ ਮਮੰ ਸੀਲੰ, ਉਹ ਵਾਹਿਗੁਰੂ ਸਾਰਿਆਂ ਨੂੰ ਹੀ ਸੀਲ ਸੁਭਾਅ, ਨਿੱਘਾ ਸੁਭਾਅ, ਸਹਿਨਸ਼ੀਲਤਾ ਵਾਲਾ ਸੁਭਾਅ ਬਖਸ਼ਿਸ਼ ਕਰਨ ਵਾਲਾ ਹੈ। ਮਮੰ ਸੀਲੰ, ਮੈਨੂੰ ਵੀ ਉਸਨੇ ਇਹ ਸਹਿਨਸ਼ੀਲਤਾ ਵਾਲਾ ਸੁਭਾਅ ਬਖਸ਼ਿਸ਼ ਕੀਤਾ ਹੈ। ਸਰਬ ਪਾਵਨ ਮਮ ਪਾਵਨ ਹੈ, ਤੇ ਉਹ ਵਾਹਿਗੁਰੂ ਸਾਰਿਆਂ ਨੂੰ ਪਵਿੱਤਰ ਕਰਦਾ ਹੈ। ਕਿਉਂਕਿ ਕੋਈ ਵੀ ਬੰਦਾ ਉਸ ਵਾਹਿਗੁਰੂ ਦਾ ਨਾਮ ਜਪਦਾ ਹੈ, ਚਾਹੇ ਪਾਪੀ ਹੋਵੇ ਚਾਹੇ ਧਰਮੀ ਹੋਵੇ, ਉਹ ਸਭ ਨੂੰ ਪਵਿੱਤਰ ਕਰ ਦਿੰਦਾ। ਇਸੇ ਲਈ ਹਜ਼ੂਰ ਕਹਿੰਦੇ ਜੇ ਸਾਰਿਆਂ ਨੂੰ ਪਵਿੱਤਰ ਕਰਦਾ ਹੈ, ਉਹੀ ਵਾਹਿਗੁਰੂ ਮੈਨੂੰ ਵੀ ਪਵਿੱਤਰ ਕਰ ਰਿਹਾ ਹੈ। ਸਰਬ ਕਰਤਵ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪਿਅਤੇ। ਸਰਬ ਕਰਤਾ ਮਮੰ ਕਰਤਾ, ਉਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ। ਕੀਤਾ ਪਸਾਓ ਏਕੋ ਕੁਵਾਓ, ਤਿਸਤੇ ਹੋਏ ਲਖ ਦਰਿਆਓ। ਓੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ। ਵਣ ਤ੍ਰਿਣ ਤ੍ਰੇ ਪਵਨ ਪਾਣੀ, ਚਾਰ ਬੇਦ ਚਾਰੇ ਖਾਣੀ। ਖੰਡ ਦੀਪ ਸਭ ਲੋਆ, ਇਹ ਕਵਾਵੇ ਤੇ ਸਭ ਹੋਆ। ਜੋ ਵਾਹਿਗੁਰੂ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਹਰ ਜੀਵ, ਹਰ ਸਰੀਰ, ਹਰ ਪਦਾਰਥ, ਹਰ ਚੀਜ਼ ਵਾਹਿਗੁਰੂ ਨੇ ਬਣਾਈ ਹੈ। ਇਸੇ ਲਈ ਹਜ਼ੂਰ ਕਹਿੰਦੇ ਸਾਰਿਆਂ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਹੈ। ਮਮੰ ਕਰਤਾ, ਤੇ ਮੈਨੂੰ ਵੀ ਪੈਦਾ ਕਰਨ ਵਾਲਾ ਉਹੀ ਹੈ। ਹਜ਼ੂਰ ਕਹਿੰਦੇ ਨੇ ਫਿਰ ਉਹ ਵਾਹਿਗੁਰੂ ਸਰਵ ਵਿਆਪਕ ਹੈ। ਨਾਨਕ ਲੇਪ ਛੇਪ ਨਾ ਲਿਪਿਆ ਤੇ, ਪਰ ਉਹ ਕਿਸੇ ਪੁੰਨ ਪਾਪ ਦੇ ਲੇਪ ਛੇਪ ਦੇ ਨਾਲ ਕਦੇ ਲਿਪਾਏਮਾਨ ਨਹੀਂ ਹੁੰਦਾ। ਇਹਦਾ ਮਤਲਬ ਇਹ ਹੈ ਜਿਵੇਂ ਆਕਾਸ਼ ਹੈ, ਉਹ ਸਰਵ ਵਿਆਪਕ ਹੈ, ਤੇ ਉਹਨੂੰ ਕੋਈ ਲੇਪ ਛੇਪ ਪ੍ਰਭਾਵਿਤ ਨਹੀਂ ਕਰਦਾ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੂੰ ਵੀ ਕੋਈ ਉਹਦੀ ਨਿੰਦਿਆ ਕਰੇ, ਕੋਈ ਉਸਤਤ ਕਰੇ, ਕੋਈ ਪੁੰਨ ਕਰੇ, ਕੋਈ ਪਾਪ ਕਰੇ, ਕੋਈ ਧਰਮ ਕਰੇ, ਕੋਈ ਅਧਰਮ ਕਰੇ, ਕੋਈ ਬਾਣੀ ਪੜ੍ਹੇ, ਕੋਈ ਗੀਤ ਸੁਣੇ, ਪਰ ਵਾਹਿਗੁਰੂ ਪਰਮੇਸ਼ਰ ਉਹ ਲੇਪ ਛੇਪ ਤੋਂ ਨਿਰਲੇਪ ਰਹਿੰਦਾ ਹੈ। ਤੇ ਜਿਹੜੇ ਬੰਦਗੀ ਕਰਨ ਵਾਲੇ ਮਹਾਂਪੁਰਖ ਨੇ, ਉਹ ਵੀ ਹਰ ਤਰ੍ਹਾਂ ਦੇ ਪ੍ਰਭਾਵ ਤੋਂ, ਲੇਪ ਛੇਪ ਤੋਂ ਨਿਰਲੇਪ ਰਹਿੰਦੇ ਹਨ। ਨਹਿ ਸੀਤਲੰ ਚੰਦਰ ਦੇਵ ਹੈ ਨਹਿ ਸੀਤਲੰ ਬਾਵਨ ਚੰਦਨ ਹੈ। ਮਹਾਰਾਜ ਫਿਰ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਜਿਹੜੇ ਬਾਹਰਲੇ ਪਦਾਰਥ ਨੇ, ਜਿਨ੍ਹਾਂ ਨੂੰ ਠੰਡਕ ਦੇਣ ਵਾਲੇ ਮੰਨਿਆ ਜਾਂਦਾ ਹੈ, ਸ਼ਾਂਤੀ ਪ੍ਰਦ ਮੰਨਿਆ ਜਾਂਦਾ ਹੈ, ਕਿ ਉਹ ਸਾਡੇ ਮਨ ਨੂੰ ਸ਼ਾਂਤੀ ਦੇ ਸਕਦੇ ਨੇ? ਹਜ਼ੂਰ ਕਹਿੰਦੇ ਹਰਗਿਜ਼ ਨਹੀਂ। ਨਹਿ ਸੀਤਲੰ ਚੰਦਰ ਦੇਵ ਹੈ, ਚੰਦਰਮਾ ਨੂੰ ਦੇਵਤਾ ਮੰਨਿਆ ਗਿਆ ਹੈ। ਉਹ ਵੀ ਸਾਡੇ ਅੰਦਰਲੀ ਤਪਸ਼ ਨੂੰ, ਮਨ ਦੀ ਗਰਮੀ ਨੂੰ ਸ਼ਾਂਤ ਨਹੀਂ ਕਰ ਸਕਦਾ। ਨਾ ਸੀਤਲੰ ਬਾਵਨ ਚੰਦਨ ਹੈ, ਤੇ ਜਿਹੜਾ ਬਾਵਨ ਚੰਦਨ, ਉਸ ਦੀ ਤਾਸੀਰ ਬਹੁਤ ਠੰਡੀ ਮੰਨੀ ਗਈ ਹੈ। ਆ ਜ਼ਹਿਰ ਦੇ ਨਾਲ ਸੜਦੇ ਬਲਦੇ ਸੱਪ ਚੰਦਨ ਨੂੰ ਜਾ ਕੇ ਲਿਪਟ ਜਾਂਦੇ ਨੇ। ਇਹੀ ਚੰਦਨ ਦੀ ਨਿਸ਼ਾਨੀ ਹੈ। ਜਿੱਥੇ ਅਸਲੀ ਚੰਦਨ ਹੁੰਦਾ ਨਾ, ਉਹਦੇ ਨਾਲ ਜ਼ਹਿਰੀਲੇ ਸੱਪ ਲਿਪਟੇ ਹੁੰਦੇ ਨੇ। ਉਹਦਾ ਕੀ ਕਾਰਨ? ਉਹਦੇ ਬਾਰੇ ਮਹਾਂਪੁਰਖ ਦੱਸਦੇ ਸਨ, ਜਦੋਂ ਜ਼ਹਿਰ ਦੇ ਨਾਲ ਭਰੇ ਹੋਏ ਸੱਪ ਆਪਣੀ ਜ਼ਹਿਰ ਦੇ ਨਾਲ ਸੜਦੇ ਹਨ, ਉਹ ਚੰਦਨ ਨੂੰ ਜਾ ਕੇ ਲਿਪਟ ਜਾਂਦੇ ਨੇ, ਤੇ ਚੰਦਨ ਉਹਨਾਂ ਨੂੰ ਠੰਡ ਪਹੁੰਚਾਉਂਦਾ, ਉਹਨਾਂ ਦੀ ਜ਼ਹਿਰ ਨੂੰ ਸ਼ਾਂਤ ਕਰ ਦਿੰਦਾ। ਇਹ ਚੰਦਨ ਦਾ ਗੁਣ ਹੈ। ਇੱਕ ਹੋਰ ਵੀ ਮਹਾਂਪੁਰਖ ਉਦਾਹਰਣ ਦਿੰਦੇ ਸਨ, ਜੇ ਪਾਣੀ ਦਾ ਉਬਲਿਆ ਕੜਾਹਾ ਹੋਵੇ, ਉਹਦੇ ਵਿੱਚ 1 ਤੋਲਾ ਅਸਲੀ ਚੰਦਨ ਪਾ ਦਿਓ, ਉਹ ਇੱਕਦਮ ਥੋੜ੍ਹੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਹ ਪਾਣੀ ਨੂੰ ਐਂ ਠੰਡਾ ਠਾਰ ਬਣਾ ਦਿੰਦਾ ਸੀ। ਇਹ ਉਸ ਚੰਦਨ ਦੇ ਗੁਣ ਨੇ। ਹਜ਼ੂਰ ਕਹਿੰਦੇ ਨਾ ਤੇ ਚੰਦਰਮਾ ਤੇ ਨਾ ਹੀ ਬਾਵਨ ਚੰਦਨ ਉਹ ਸਾਡੇ ਮਨ ਦੀ ਤਪਸ਼ ਨੂੰ ਬੁਝਾ ਸਕਦਾ ਹੈ। ਨਹਿ ਸੀਤਲੰ ਸੀਤਰੁ ਤੇਨ
ਨਾਨਕ ਸੀਤਲੰ ਸਾਧ ਸਵਜਨ ਹੈ। ਸੀਤ ਰੁਤੇਨ ਜਿਹੜੀ ਸਰਦੀ ਦੀ ਰੁੱਤ ਹੈ, ਠੰਡ ਦੀ ਰੁੱਤ ਹੈ, ਉਹਦੇ ਵਿੱਚ ਵੀ ਕਈ ਵਾਰੀ ਇੰਨੀ ਠੰਡ ਪੈਂਦੀ ਹੈ ਸਾਡੇ ਹੱਥ ਪੈਰ ਵੀ ਸੁੰਨ ਹੋ ਜਾਂਦੇ ਨੇ। ਪਰ ਹਜ਼ੂਰ ਕਹਿੰਦੇ ਜਿਹੜੀ ਸਰਦੀ ਦੀ ਰੁੱਤ ਹੈ ਉਹ ਵੀ ਸਾਡੇ ਅੰਦਰਲੀ ਤਪਸ਼ ਨੂੰ, ਵਿਕਾਰਾਂ ਦੀ ਤਪਸ਼ ਨੂੰ ਇਹ ਕਦੇ ਦੂਰ ਨਹੀਂ ਕਰ ਸਕਦੀ। ਇਸੇ ਲਈ ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਨਾਨਕ ਸੀਤਲੰ ਸਾਧ ਸੋਜਨੈ। ਜਿਹੜੀ ਗੁਰਮੁਖਾਂ ਦੀ ਸੰਗਤ ਹੈ, ਸੋਜਨਾ ਤੋਂ ਭਾਵ ਜਿਹੜੇ ਸ੍ਰੇਸ਼ਟ ਜਨ, ਨੇਕ ਸ਼ਖਸ, ਜਿਨ੍ਹਾਂ ਨੂੰ ਆਪਾਂ ਭਲੇ ਪੁਰਸ਼ ਕਹਿ ਦਿੰਦੇ ਹਾਂ, ਉਹ ਗੁਰਮੁਖ ਹੀ ਹੁੰਦੇ ਨੇ ਨਾ। ਜਿਹੜੀ ਗੁਰਮੁਖ ਬੰਦਿਆਂ ਦੀ ਸੰਗਤ ਹੈ, ਹਜ਼ੂਰ ਕਹਿੰਦੇ ਉਹਦੇ ਵਿੱਚ ਜਾ ਕੇ ਸਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਕਿਸੇ ਗੁਰਮੁਖ ਪਿਆਰੇ ਨੇ ਬੜੀ ਸੋਹਣੀ ਉਦਾਹਰਣ ਦਿੱਤੀ। ਉਹ ਕਹਿੰਦੇ ਦੁਨੀਆ ਤੇ ਇਸ ਤਰ੍ਹਾਂ ਹੈ ਜਿਵੇਂ ਸੁੱਕੇ ਕੱਖ ਹੁੰਦੇ ਨੇ। ਸੁੱਕੇ ਕੱਖ ਦੇ ਉੱਤੇ ਕੋਈ ਅੱਗ ਦੀ ਚੰਗਿਆੜੀ ਡਿੱਗ ਪਵੇ, ਉਸੇ ਵੇਲੇ ਅੱਗ ਭੜਕ ਉੱਠਦੀ ਹੈ। ਅਸੀਂ ਜਦੋਂ ਕਿਸੇ ਦੁਨੀਆ ਦੇ ਬੰਦੇ ਕੋਲ ਜਾਂਦੇ ਹਾਂ, ਕੋਈ ਮਾੜੀ ਮੋਟੀ ਕੋਈ ਗੁੱਸੇ ਵਿੱਚ ਗੱਲ ਕਹੀ ਜਾਂਦੀ ਹੈ, ਉੱਥੇ ਲੜਾਈ ਸ਼ੁਰੂ ਹੋ ਜਾਂਦੀ ਹੈ, ਭਾਂਬੜ ਨਿਕਲਣ ਲੱਗ ਜਾਂਦੇ ਨੇ, ਗੁੱਸਾ ਭੜਕਦਾ ਹੈ। ਪਰ ਜਿਹੜੇ ਮਹਾਂਪੁਰਖਾਂ ਦੇ ਦਿਲ ਨੇ ਉਹ ਦਰਿਆ ਵਾਂਗ ਹੁੰਦੇ ਨੇ। ਉਹੀ ਅੱਗ ਦੀ ਚੰਗਿਆੜੀ ਜਦੋਂ ਦਰਿਆ ਵਿੱਚ ਡਿੱਗ ਪਵੇ, ਉਹ ਆਪ ਵੀ ਠੰਡੀ ਹੋ ਜਾਂਦੀ ਹੈ ਅਤੇ ਦੂਜਿਆਂ ਨੂੰ ਵੀ ਸਾੜਨ ਤੋਂ ਹਟ ਜਾਂਦੀ ਹੈ। ਜਦੋਂ ਆਪਾਂ ਪੂਰਨ ਮਹਾਂਪੁਰਖਾਂ ਦੇ ਕੋਲ ਜਾਂਦੇ ਹਾਂ, ਉਹਨਾਂ ਦੀ ਸੰਗਤ ਵਿੱਚ ਜਾਂਦੇ ਹਾਂ, ਨਾਮ ਬਾਣੀ ਦਾ ਉਪਦੇਸ਼ ਸੁਣਦੇ ਹਾਂ, ਉਹਦੇ ਨਾਲ ਸਾਡੇ ਮਨ ਦੀ ਤਪਸ਼ ਦੂਰ ਹੋ ਜਾਂਦੀ ਹੈ ਅਤੇ ਸਾਨੂੰ ਠੰਡ ਪ੍ਰਾਪਤ ਹੋ ਜਾਂਦੀ। ਤਪਤ ਮਾਹੀ ਠੰਡ ਵਰਤਾਈ, ਅੰਧ ਪਿਆ ਦੁੱਖ ਨਾਠੇ ਪਾਈ। ਗੁਰਮੁਖਾਂ ਦੀ ਸੰਗਤ ਵਿੱਚੋਂ ਆਤਮਕ ਸ਼ਾਂਤੀ ਸਾਨੂੰ ਪ੍ਰਾਪਤ ਹੁੰਦੀ ਹੈ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਲੋ ਗਰੀਬਨ ਵਾਸ ਸਤਿਗੁਰੂ ਜੀ ਅਖੀਰਲੀ ਪੰਕਤੀ ਹੈ, ਖਟ ਲਖਣ ਪੂਰਨੰ ਪੁਰਖ ਹੈ, ਨਾਨਕ ਨਾਮ ਸਾਧ ਸੋਜਨੇ। ਪਿਛਲੀ ਪੰਕਤੀ ਵਿੱਚ ਵੀ ਆਖਿਆ ਸੀ ਨਾ, ਨਾਨਕ ਸੀਤਲੰ ਸਾਧ ਸੋਜਨੇ। ਉਹ ਗੁਰਮੁਖ ਬੰਦੇ ਹੁੰਦੇ ਕਿਹੋ ਜਿਹੇ ਨੇ, ਕੋਈ ਉਹਨਾਂ ਦੀਆਂ ਨਿਸ਼ਾਨੀਆਂ ਦੱਸੋ। ਤਾਂ ਗਰੀਬਨ ਵਾਸ ਸਤਿਗੁਰੂ ਜੀ ਅਖੀਰਲੇ ਸ਼ਲੋਕ ਦੇ ਵਿੱਚ ਉਹਨਾਂ ਗੁਰਮੁਖਾਂ ਦੀ ਅਵਸਥਾ ਦੱਸਦੇ ਨੇ, ਉਹਨਾਂ ਦੀਆਂ ਨਿਸ਼ਾਨੀਆਂ ਦੱਸਦੇ ਨੇ। ਮੰਤਰੰ ਰਾਮ ਰਾਮ ਨਾਮੰ, ਉਸ ਵਿਆਪਕ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਨਾਮ, ਇਹ ਉਹਨਾਂ ਦਾ ਮੰਤਰ ਹੁੰਦਾ। ਜਿਹੜਾ ਮੰਤਰ ਸ਼ਬਦ ਹੈ ਨਾ, ਮਨ ਅੰਤਰ, ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੋਇਆ, ਜਿਹਨੂੰ ਆਪਣੇ ਮਨ ਦੇ ਅੰਦਰ ਸੰਭਾਲ ਕੇ ਰੱਖਿਆ ਜਾਵੇ। ਪਰਮੇਸ਼ਰ ਦਾ ਨਾਮ ਹੀ ਹੈ ਅਤੇ ਜਿਸ ਨੂੰ ਉਹ ਆਪਣੇ ਮਨ ਦੇ ਅੰਦਰ ਹਮੇਸ਼ਾ ਲਈ ਸੰਭਾਲ ਕੇ ਰੱਖਦੇ ਨੇ, ਹਰ ਵੇਲੇ ਉਸ ਨਾਮ ਦੇ ਨਾਲ ਜੁੜੇ ਰਹਿੰਦੇ ਨੇ। ਇਹ ਮਹਾਂਪੁਰਖਾਂ ਦੀ ਨਿਸ਼ਾਨੀ ਹੈ। ਮੰਤਰੰ ਰਾਮ ਰਾਮ ਨਾਮੰ, ਉਸ ਰਮੇ ਹੋਏ ਵਿਆਪਕ ਸਰੂਪ ਵਾਹਿਗੁਰੂ ਦਾ ਨਾਮ ਹੀ ਮੰਤਰ ਉਹਨਾਂ ਦੇ ਮਨ ਦੇ ਅੰਦਰ ਟਿਕਿਆ ਹੁੰਦਾ ਹੈ। ਧਿਆਨੰ ਸਰਬੱਤਰ ਪੂਰਨ ਹੈ, ਅਤੇ ਉਹ ਸਰਬੱਤਰ ਵਿਆਪਕ ਸਰੂਪ ਜੋ ਵਾਹਿਗੁਰੂ ਹੈ, ਅਤੇ ਉਹਦੇ ਵਿੱਚ ਉਹਨਾਂ ਦਾ ਧਿਆਨ ਜੁੜਿਆ ਰਹਿੰਦਾ ਹੈ। ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੁੰਦਾ ਹੈ ਅਤੇ ਜਿੱਧਰ ਵੇਖਦੇ ਨੇ, ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਦੋਏ ਦੋਏ ਲੋਚਨ ਪੇਖਾ ਹੂੰ ਹਰ ਬਿਨ ਔਰ ਨਾ ਦੇਖਾ। ਜਿੱਧਰ ਨਿਗਾਹ ਜਾਂਦੀ ਹੈ ਅਤੇ ਉਸ ਪਾਸੇ ਵਾਹਿਗੁਰੂ ਦਾ ਧਿਆਨ ਅਤੇ ਵਾਹਿਗੁਰੂ ਦੇ ਦੀਦਾਰ ਉਹਨਾਂ ਨੂੰ ਹੁੰਦੇ ਹਨ। ਨਹਿ ਸੀਤਲੰ ਚੰਦਰ ਦੇਵਹਿ, ਨਹਿ ਸੀਤਲੰ ਬਾਵਨ ਚੰਦਨਹਿ, ਨਹਿ ਸੀਤਲੰ ਸੀਤ ਰੁਤੇਨ, ਨਾਨਕ ਸੀਤਲੰ ਸਾਧ ਸਵਜਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।